पंजाबी नैशनल टीवी देख रहे दर्शकों का गुरचरण थिंद वालों प्रोग्राम गलबात विच बहुत बहुत स्वागत है। सारिਆਂ ਨੂੰ प्यार भरी सत श्री अकाल, नमस्कार ते आदाब। अज दे प्रोग्राम गलबात विच मेरे नाल शामिल ने बलजिंदर संघा जी। बलजिंदर संघा जी, तुहाडा बहुत बहुत स्वागत है प्रोग्राम गलबात विच। सत श्री अकाल आंटी जी, मेरे वालों भी पंजाबी नैशनल टीवी ते सारी टीम ते तुहाडा बहुत बहुत धन्यवाद जो मैनू अज समा दिता तुसीं। हाँ बिल्कुल जी, तुहाडा सानू बड़ी माण दी गल है कि कैलगरी दी जानी मानी शख्सियत है साडे नाल शामिल ने। संघा जी, मैनू पता है कि तुसी लिखदे भी हो। हाँ जी। मेरी पहली पुछ ये है कि तुहानू लेखन दी चेटक जिहड़ी है वो कदों ते किवें पै गई? हाँ जी, ਜਦੋਂ मैं छोटा ही सीगा ना, ਮੈਨੂੰ लगदा मैं दूजी के तीजी क्लास 'ਚ पढ़दा सीगा, पिंड विचों ही 10वीं कीती आ जी। ते मेरे पिता दीयां किताबां पईयां सीगीਆਂ 10वीं ਤੋਂ ਪ੍ਰੈਪ 1 ਦੀਆਂ, ਪ੍ਰੈਪ 2 ਦੀਆਂ ਸ਼ਾਇਦ ਸੀਗੀਆਂ, ਕੁਛ ਇੱਦਾਂ ਹੁੰਦਾ ਸੀ, ਪ੍ਰੈਪ 1 ਜਾਂ 2 ਹੁੰਦੀ ਸੀ। ਤੇ ਉਹ ਪੰਜਾਬੀ ਦੀਆਂ ਉਹ 'ਚ ਕਹਾਣੀਆਂ ਦੀਆਂ ਸੀਗੀਆਂ ਕਿਤਾਬਾਂ। ਮੈਨੂੰ ਨਾਂ ਵੀ ਯਾਦ ਆ, ਮਾਲਾ ਮਣਕੇ ਸੀਗੀ 10ਵੀਂ ਦੀ ਉਹਨਾਂ ਦੀ ਪੰਜਾਬੀ ਦੀ ਕਿਤਾਬ। ਤੇ ਉਹ ਪੰਜਾਬੀ ਦੀਆਂ ਕਵਿਤਾ ਊੜਾ ਆੜਾ ਤਾਂ ਸਿੱਖ ਹੀ ਲਿਆ ਸੀਗਾ, ਛੋਟੀਆਂ ਛੋਟੀਆਂ ਕਵਿਤਾਵਾਂ ਵੀ ਪਹਿਲੀ ਦੂਜੀ 'ਚ ਪੜ੍ਹ ਲਈਆਂ ਸੀਗੀਆਂ। ਤੇ ਫਿਰ ਜਿਵੇਂ ਆਪਾਂ ਘਰਾਂ 'ਚ ਉੱਥੇ ਦੀਵਾਲੀ ਵੇਲੇ ਸਫਾਈ ਕਰਦੇ ਆ, ਉਹ ਸਫਾਈ ਕਰਦੇ ਸਾਨੂੰ ਨਹੀਂ ਸੀ ਪਤਾ ਵੀ ਉਹ ਕਿਤਾਬਾਂ ਪਈਆਂ ਘਰੇ। ਅੱਛਾ ਜੀ। ਤੇ ਜਦੋਂ ਕਿਤੇ ਉਹ ਅਲਮਾਰੀ ਖੁੱਲੀ ਤੇ ਉਹ 'ਚ ਕਿਤਾਬਾਂ ਪਈਆਂ ਤੇ ਅਸੀਂ ਕੱਢ ਕੱਢ ਕੇ ਦੇਖਣ ਲੱਗ ਗਏ। ਉਹ 'ਚੋਂ ਉਹ ਮਾਲਾ ਮਣਕੇ ਕਿਤਾਬ ਪਹਿਲਾਂ ਕੱਢੀ ਨਿਕਲੀ। ਸੋ ਮੈਂ ਤੇ ਮੇਰਾ ਭਰਾ ਦੋਨਾਂ ਨੂੰ ਸੀਗਾ ਕਿ ਜੇ ਕੋਈ ਕਿਤਾਬ ਹੱਥ ਲੱਗੀ ਤਾਂ ਬਸ ਉਹਨੂੰ ਜਿੰਨੀ ਜਲਦੀ ਪੜ੍ਹਨਾ ਪੜ੍ਹ ਸਕਦੇ। ਉਦੋਂ ਪੰਜਾਬੀ ਵੀ ਜੋੜ ਕੇ ਪੜ੍ਹਦੇ ਸੀ ਹੌਲੀ ਹੌਲੀ। ਤੇ ਮੈਂ ਉਹ ਜੋੜ ਕੇ ਸਕੂਲ ਜਾਣ ਤੋਂ ਪਹਿਲਾਂ ਬਹੁਤ ਲੰਮੀਆਂ ਲੰਮੀਆਂ ਕਹਾਣੀਆਂ ਸੀਗੀਆਂ ਉਹ 'ਚ। ਪੇਮੀ ਦੇ ਨਿਆਣੇ ਸੀਗੇ, ਉਹ ਤਾਂ ਹਿਸਾਬ ਦੀ ਸੀਗੀ। ਤੇ ਇੱਕ ਪ੍ਰੀਤਾਂ ਦੇ ਪਹਿਰੇਦਾਰ ਕਹਾਣੀ ਸੀ। ਹਾਂ, ਉਹ ਹੀ ਗੁਰਬਖਸ਼ ਸਿੰਘ ਦੀ ਸੀ। ਹਾਂਜੀ, ਪ੍ਰੀਤਾਂ ਦੇ ਪਹਿਰੇਦਾਰ। ਉਹਦਾ ਜਿਹੜਾ ਪਾਤਰ ਸੀ ਲੇਡੀ ਰੁਕਣੀ, ਉਹ ਮੈਨੂੰ ਹਜੇ ਤੱਕ ਯਾਦ ਆ। ਉਹ ਮੈਂ ਦੂਜੀ ਕਲਾਸ 'ਚ ਪੜ੍ਹਿਆ ਸੀਗਾ। ਵਾਹ। ਤੇ ਜਾਣੀ ਪੜ੍ਹਨ ਦਾ ਸ਼ੌਂਕ ਸੀ ਤੇ ਫਿਰ ਉਹਨੂੰ ਦਿਲ 'ਚ ਵਸਾਉਣ ਦਾ ਸ਼ੌਂਕ ਸੀ। ਤੇ ਉੱਥੋਂ ਲਈ ਲੱਗਦਾ ਰਿਹਾ ਕਿ ਇਹ ਕਹਾਣੀਆਂ ਲਿਖੀਆਂ ਹੈਗੀਆਂ। ਫਿਰ ਹੋਰ ਕਿਤਾਬਾਂ ਪੜ੍ਹਦੇ ਗਏ 10ਵੀਂ ਤੱਕ ਬਹੁਤ ਸਾਰੀਆਂ। ਤੇ ਫਿਰ ਬਲਵੀਰ ਸਕੂਲ 'ਚੋਂ +2 ਕੀਤੀ ਕਮਰਸ ਦੀ। ਤੇ ਉਸ ਤੋਂ ਬਾਅਦ BCom ਕੀਤੀ ਬਰਜਿੰਦਰਾ ਕਾਲਜ 'ਚੋਂ। ਬਹੁਤ ਲਾਇਬ੍ਰੇਰੀ 'ਚ ਭੰਡਾਰ ਹੈਗਾ ਕਿਤਾਬਾਂ ਦਾ, ਤੇ ਬਹੁਤ ਕਿਤਾਬਾਂ ਪੜ੍ਹੀਆਂ ਉੱਥੋਂ। ਤੇ ਬਸ ਮੈਨੂੰ ਲੱਗਦਾ ਸੀਗਾ ਕਿ ਉਹ ਕਿਤਾਬਾਂ ਪੜ੍ਹਦੇ ਨਾਲ ਹੀ ਮੈਂ 12ਵੀਂ 'ਚ ਆ ਕੇ ਮੈਨੂੰ ਲੱਗਦਾ ਮੈਂ ਪਹਿਲੀ ਕਵਿਤਾ ਮੈਂ 10ਵੀਂ ਤੋਂ ਪਹਿਲਾਂ ਹੀ ਲਿਖ ਲਈ ਸੀ। ਪਰ ਉਹ ਆਪਦੇ ਵਾਸਤੇ ਮੈਂ ਇਹ ਪੁੱਛਣ ਲੱਗੀ ਸਾਂ ਕਿ ਪੜ੍ਹਦਿਆਂ ਕਦੋਂ ਤੁਹਾਡੇ ਦਿਮਾਗ ਦੇ ਵਿੱਚ ਉਹ ਜਿਹੜੇ ਸੀਗੀਆਂ ਅੱਖਰ ਜਿਹੜੇ ਤੁਸੀਂ ਪੜ੍ਹੇ ਸੀ ਉਹਨਾਂ ਨੇ ਤੁਹਾਡੇ ਆਪਣੇ ਅੱਖਰ ਬਣਨ ਲੱਗ ਪਏ? ਹਾਂਜੀ, ਤੁਸੀਂ ਉਹਨਾਂ ਨੂੰ ਆਪਣੇ ਅੱਖਰ ਬਣਾ ਕੇ ਕਾਗਜ਼ ਦੇ ਉੱਪਰ ਲਿਖਣ ਲੱਗ ਪਏ? ਹਾਂਜੀ, ਅਹਿਸਾਸ ਤਾਂ ਮੈਨੂੰ ਲੱਗਦਾ ਕਿ ਮੈਨੂੰ 5ਵੀਂ 6ਵੀਂ ਤੱਕ ਹੀ ਹੋ ਗਿਆ ਸੀ ਕਿ ਮੈਂ ਵੀ ਕੁਛ ਨਾ ਕੁਛ ਲਿਖ ਸਕਦਾ ਹੈਗਾ। ਜਿਵੇਂ ਉਹ ਪ੍ਰੀਤਾਂ ਦੀ ਪਹਿਰੇਦਾਰ ਦੀ ਰੁਕਣੀ ਦਿਮਾਗ ਵਿੱਚ ਘੁੰਮਣੀ, ਪੇਮੀ ਦੇ ਨਿਆਣੇ ਵਿੱਚ ਉਹ ਬੱਚੇ ਰੋਟੀ ਲੈ ਕੇ ਖੇਤ ਜਾਂਦੇ ਹੈ ਨਾ, ਵੀ ਇੱਦਾਂ ਦੀਆਂ ਚੀਜ਼ਾਂ ਤਾਂ ਨਿੱਤ ਆਪਾਂ ਦੇਖਦੇ ਹੈਗੇ ਇੱਥੇ ਪਿੰਡਾਂ ਦੇ ਵਿੱਚ, ਕੁਛ ਲਿਖ ਸਕਦੇ ਹੈਗੇ ਆ। ਸੋ ਗੱਲ ਆਪਾਂ ਸੰਖੇਪ ਵਿੱਚ ਸਿੱਧੀ ਲੱਗ ਜਾਂਦੇ। ਸੋ ਮੈਂ ਵੀ ਇੱਧਰ ਆਉਣ ਤੋਂ ਪਹਿਲਾਂ 8-9 ਕਹਾਣੀਆਂ ਲਿਖ ਲਈਆਂ ਸੀਗੀਆਂ। ਅੱਛਾ, ਇਹਦੇ ਨਾਲ ਤੁਸੀਂ ਸ਼ੁਰੂਆਤ ਕਹਾਣੀਆਂ ਨਾਲ ਕੀਤੀ? ਮੇਰੀ ਸ਼ੁਰੂਆਤ ਕਹਾਣੀਆਂ ਨਾਲ ਹੋਈ, ਪਰ ਛਪੀ ਮੇਰੀ ਪਹਿਲਾਂ ਕਵਿਤਾ ਸੀ ਅਖਬਾਰ ਦੇ ਵਿੱਚ ਉੱਧਰ। ਤੇ ਇੱਧਰ ਆ ਕੇ ਜਿਹੜੀ ਕਿਤਾਬ ਛਪੀ ਉਹ ਵੀ ਮੇਰੀ ਪਹਿਲੀ ਕਵਿਤਾ ਦੀ ਕਿਤਾਬ ਛਪੀ ਹੈ। ਤੇ ਫਿਰ ਕਹਾਣੀਆਂ ਨਾਲ ਪੱਕਾ ਹੀ ਨਾਤਾ ਟੁੱਟ ਗਿਆ? ਕਹਾਣੀਆਂ ਨਾਲੋਂ ਨਾਤਾ ਟੁੱਟਿਆ ਨਹੀਂ ਹੈਗਾ ਜੀ। ਮੈਂ ਇੱਕ ਕਹਾਣੀ ਤੇ ਨਾਵਲ ਮਿਕਸ ਜਿਹਾ ਲਿਖਿਆ ਸੀਗਾ। ਉਹ ਤੇ ਫਿਰ ਪੰਜਾਬੀ ਫਿਲਮ ਬਣੀ ਸੀ ਇੱਕ, ਕੌਣ ਦਿਲਾਂ ਦੀਆਂ ਜਾਣੇ, 2009 ਦੇ ਵਿੱਚ ਸੰਦਲ ਪ੍ਰੋਡਕਸ਼ਨ ਨਾਲ ਬਣਾਈ ਗਈ ਸੀ। ਸੋ ਮਾੜਾ ਮੋਟਾ ਲਿਖਦਾ ਰਹਿਣਾ, ਪਰ ਕਹਾਣੀ ਨਾਲੋਂ ਸਮਝ ਲਓ ਕਿ ਤੁਸੀਂ ਦੁਬਾਰਾ ਨਾਤਾ ਮੈਂ ਜੋੜੂੰਗਾ ਹੁਣ। ਬਿਲਕੁਲ। ਹਾਂਜੀ। ਸੋ ਬਈ ਸਹੀ ਗੱਲ ਹੈ। ਵੈਸੇ ਸਾਰੇ ਹੀ ਉਹ ਕਹਿੰਦੇ ਨੇ ਕਿ ਜਿਹੜਾ ਹਰ ਕੋਈ ਵਿਅਕਤੀ ਹੁੰਦਾ ਹੈ ਉਹ ਪਹਿਲੋਂ ਇੱਕ ਕਵੀ ਹੁੰਦਾ। ਮਨ ਜਿਹੜਾ ਨਾ ਸਾਡਾ ਉਹ ਗਾਉਂਦਾ, ਉਸ ਤੋਂ ਬਾਅਦ ਅਸੀਂ ਕਹਾਣੀਆਂ ਵੱਲ ਜਿਹੜਾ ਕਲਮ ਚੱਕਦੇ ਆ। ਪਰ ਤੁਸੀਂ ਥੋੜਾ ਜਿਹਾ ਉਲਟਾ ਸ਼ੁਰੂ ਕਰ ਲਿਆ ਕਿ ਪਹਿਲੋਂ ਕਹਾਣੀਆਂ। ਹਾਂਜੀ, ਉਹ ਮੈਨੂੰ 8-9 ਕਹਾਣੀਆਂ ਉਹ ਮੈਂ ਲਿਖੀਆਂ ਸੀ। ਉਹਨਾਂ ਦੇ ਵਿੱਚ ਇੱਕ ਕਹਾਣੀ ਸੀਗੀ ਮੇਰੀ ਕੋਟ ਵਾਲਾ ਸਰਵਾਲਾ। ਉਹਦੀ ਸਟੋਰੀ ਲੰਮੀ ਆ, ਮੇਰੀ ਹੱਡਬੀਤ ਵੀ ਐਕਚੁਅਲੀ ਕੋਈ ਇੱਦਾਂ ਦੀ। ਕੋਈ ਨਹੀਂ, ਥੋੜੀ ਜਿਹੀ ਸਾਨੂੰ ਕਿਵੇਂ ਸੁਣਾ ਦਿਓ ਕਿਉਂਕਿ ਪਤਾ ਨਹੀਂ ਛਪੀ ਤਾਂ ਹੈ ਨਹੀਂ ਹੈ। ਹਾਂਜੀ, ਉਹ ਇੱਦਾਂ ਸੀਗਾ ਕਿ ਆਪਾਂ ਹੁਣ ਪਿੰਡਾਂ ਦੇ ਰਹਿਣ ਵਾਲੇ ਸੀ, ਮਿਡਲ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਮੁੰਡਾ। ਜੇ ਕੋਈ 10ਵੀਂ 12ਵੀਂ 'ਚ ਪੜ੍ਹਦਾ, ਅਸੀਂ ਸਾਦੇ ਹੀ ਹੁੰਦੇ ਸੀਗੇ। ਬੱਸ ਤੇ ਬਹਿ ਕੇ ਹੀ ਸ਼ਹਿਰ ਜਾਣਾ, ਚਾਹੇ ਪਰਿਵਾਰ ਉਹਨਾਂ ਗੁਜ਼ਾਰੇ ਜੋਗਾ ਸੀਗਾ ਕਿ ਕੋਟ ਪੈਂਟ ਵੀ ਲੈ ਸਕਦੇ, ਪਰ ਉਦੋਂ ਕਿੱਥੇ ਲੈਂਦੇ ਸੀਗੇ। ਹੁਣ ਤਾਂ ਮੈਂ ਦੇਖਿਆ ਮੋਟਰਸਾਈਕਲ ਤੋਂ ਬਿਨਾਂ ਬੱਚੇ ਜਾਂਦੇ ਨਹੀਂ, 10ਵੀਂ ਵਾਲੇ ਵੀ। ਤੇ ਅਸੀਂ BCom ਤੱਕ ਬੱਸ ਦੀ ਛੱਤ 'ਤੇ ਪੜ੍ਹ ਕੇ ਜਾਂਦੇ ਰਹੇ, ਬੈਠ ਕੇ ਜਾਂਦੇ ਰਹੇ ਫਰੀਦਕੋਟ। ਤੇ ਉਦੋਂ ਸਾਡੇ ਕੈਨੇਡਾ 'ਚੋਂ ਵਿਆਹ ਆ ਗਿਆ। ਮੇਰੇ ਕੈਨੇਡਾ ਆਉਣ ਤੋਂ ਪਹਿਲਾਂ ਦੀ ਗੱਲ ਆ। ਅੱਛਾ। ਰਿਸ਼ਤੇਦਾਰੀ 'ਚੋਂ ਵਿਆਹ ਸੀਗਾ ਤੇ ਉਹ ਜਲਦੀ ਮੈਂ ਖਤਮ ਕਰਦਾ ਹੈ ਕਿਉਂਕਿ ਹੋਰ ਗੱਲਾਂ ਕਰਨੇ। ਉਹ ਮੁੰਡੇ ਦੀ ਜਿਹੜੀ ਮਾਂ ਸੀ ਉਹ ਕਹਿੰਦੀ ਕਿ ਮੈਂ ਤੈਨੂੰ ਸਰਵਾਲਾ ਬਣਾਉਣਾ ਆਪਣੇ ਮੁੰਡੇ ਦੇ ਵਿਆਹ 'ਚ। ਮੁੰਡਾ ਇੱਧਰੋਂ ਗਿਆ ਸੀਗਾ ਤੇ ਮਾਂ ਉੱਧਰ ਸੀ। ਤੇ ਜਦੋਂ ਨਹਾਈ ਧੋਈ ਹੋ ਗਈ ਤੇ ਮੇਰੇ ਕੋਲੇ ਕਿਹੜਾ ਕੋਟ ਪੈਂਟ ਸੀਗਾ
ਦੇਸੀ ਸੀਗੇ, ਸਵਾਟਰ ਪਾਇਆ ਹੋਇਆ ਸੀਗਾ ਹਾਂ ਤੇ ਮੈਂ ਉਹ ਪਾ ਕੇ ਤਿਆਰ ਹੋਣ ਲੱਗਾ ਤੇ ਉਹ ਲੜਕੇ ਦੀ ਸ਼ਾਇਦ ਤਾਏ ਚਾਚੇ ਦੀਆਂ ਕੁੜੀਆਂ ਸੀਗੀਆਂ, ਉਹਨਾਂ ਦਾ ਸਟੈਂਡਰਡ ਇੱਧਰੋਂ ਗਈਆਂ ਉੱਚਾ ਸੀ। ਉਹ ਕਹਿੰਦੇ ਅਸੀਂ ਤੈਨੂੰ ਸਰਾਲਾ ਨਹੀਂ ਬਣਾਉਣਾ, ਅੱਛਾ ਇਹਦੇ ਕੋਲ ਤਾਂ ਕੋਟ ਹੈ ਨਹੀਂ। ਹਾਂ। ਤੇ ਗੱਲਬਾਤ ਚੱਲਦੀ ਗਈ, ਉਹ ਘੁਸਰ ਮੁਸਰ ਵਿਆਹ 'ਚ ਹੁੰਦੀ ਗੱਲ, ਬਾਹਰ ਸਾਹਮਣੇ ਤਾਂ ਆਉਂਦੀ ਨਹੀਂ ਕਿਉਂਕਿ ਹਰ ਕੋਈ ਛਪਾਉਣਾ ਚਾਹੁੰਦਾ। ਹਾਂ ਸਾਡੇ ਪਰਿਵਾਰ ਵਾਲੇ ਕਹਿਣ ਕਿ ਜਦੋਂ ਮੁੰਡੇ ਦੀ ਮਾਂ ਕਹਿੰਦੀ ਮੈਂ ਬਣਾਉਣਾ ਹੀ ਤੈਨੂੰ, ਤੂੰ ਉਹਦੀ ਇੱਜ਼ਤ ਰੱਖ, ਉਹਦਾ ਮਾਣ ਕਰ, ਤੂੰ ਸਰਾਲਾ ਬਣ। ਹਾਂ ਤੇ ਮੈਂ ਕਿਹਾ ਵੀ ਮੈਂ ਬਣਨਾ ਨਹੀਂ ਹੈਗਾ, ਉਹਨਾਂ ਨੂੰ ਤਾਂ ਉਹ ਕੋਟ ਵਾਲਾ ਚਾਹੀਦਾ, ਉਹ ਬਣਾ ਲੈਣ ਹਾਂ ਵੀ ਆਪਦਾ ਆਪਾਂ ਵੀ ਜੋ ਹੈਗਾ ਮੈਂ ਹੈਗਾ ਹਨਾ। ਹਾਂ ਤੇ ਏਦਾਂ ਕਰਦੇ ਕਰਦਿਆਂ ਫਿਰ ਉਹ ਗੱਲ ਉੱਥੋਂ ਤੱਕ ਚਲੀ ਗਈ, ਸਰਾਲਾ ਤਾਂ ਮੈਨੂੰ ਬਣਾਤਾ ਪਰ ਉਹਨਾਂ ਨੇ ਸਗਨ ਨਹੀਂ ਪਾਇਆ। ਜਿਹੜੀਆਂ ਕੁੜੀਆਂ ਕਹਿੰਦੀਆਂ ਸੀਗੀਆਂ ਵੀ ਜੇ ਸਰਾਲਾ ਬਣੂਗਾ ਸਾਨੂੰ ਮਨਜ਼ੂਰ ਨਹੀਂ ਵਿਆਹ। ਹਾਂ। ਸੋ ਇਦਾਂ ਦੀ ਉਹ ਤੇ ਮੇਰੀ ਉਹ ਕਹਾਣੀ ਸੀਗੀ। ਹੋਰ ਵੀ ਅੱਗੇ ਉਹ 'ਚ ਗੱਲਬਾਤ ਸੀ ਕਾਫੀ ਕੁਝ, ਉਹ ਵੀ ਮੈਂ ਉੱਧਰ ਹੀ ਰੱਖਿਆ ਸੀ, ਆਉਣ ਲੱਗਾ ਪਰ ਮੈਨੂੰ ਲੱਭੀ ਨਹੀਂ ਹੁਣ ਉਹ ਕਿਤਾਬ ਹੀ, ਕਿਉਂਕਿ ਕੋਠੀ ਵਾਲੀ ਬਾਅਦ 'ਚ ਸਮਾਨ ਸੁੱਟਿਆ ਜਾਂਦਾ ਪੁਰਾਣਾ। ਜਿਸ ਤਰ੍ਹਾਂ ਅਕਸਰ ਲਿਖਾਰੀਆਂ ਨਾਲ ਵਾਪਰਦਾ ਹੁੰਦਾ ਹੈ ਕਿ ਮੁੱਢਲੀਆਂ ਰਚਨਾਵਾਂ ਜਿਹੜੀਆਂ ਨੇ ਉਹ ਕਈ ਵਾਰੀ ਇੱਧਰ ਉੱਧਰ ਹੋ ਜਾਂਦੀਆਂ ਇੱਧਰ ਉੱਧਰ ਹੋ ਗਿਆ। ਪਰ ਬੇਸ਼ੱਕ ਮੈਂ ਰੱਖ ਕੇ ਬਹੁਤ ਧਿਆਨ ਨਾਲ ਆਇਆ ਸੀਗਾ, ਇੱਕ ਜਿਹੜਾ ਪੁਰਾਣਾ ਘਰ ਵੀ ਵਧੀਆ ਸੀਗਾ ਉਹਦੇ ਵਿੱਚ ਰੱਖ ਕੇ ਆਇਆ ਸੀਗਾ। ਪਰ ਫਿਰ ਜਦੋਂ ਆਪਾਂ ਗੈਪ ਪੈ ਜਾਂਦਾ ਲੰਮਾ ਤੇ ਉਧਰ ਹੁਣ ਮਾਹੌਲ ਹੀ ਚੇਂਜ ਹੋ ਗਿਆ ਸਾਰਾ। ਤੇ ਉਹ ਫਿਰ ਮੁੜ ਕੇ ਕੁੜੀਆਂ ਕਦੀ ਲੱਭੀਆਂ ਨਹੀਂ ਜਿਹੜੀਆਂ ਤੁਹਾਨੂੰ ਸਰਵਾਲਾ ਨਹੀਂ ਇੱਥੇ ਹੀ ਆ ਜੀ, ਉੱਥੇ ਹੁਣ ਕਿੱਥੇ ਜਾਣਾ ਉਹਨਾਂ ਨੇ। ਸੋ ਵੇਖੋ ਜਿਹੜਾ ਕਵੀ ਮਨ ਹੈ ਜਾਂ ਜਿਹੜਾ ਲਿਖਾਰੀ ਮਨ ਹੈ ਉਹ ਨਿੱਕੀ ਜਿਹੀ ਗੱਲ ਦੇ ਵਿੱਚੋਂ ਹੀ ਗੱਲ ਲੱਭ ਕੇ ਜਿਹੜਾ ਹੈ ਉਹ ਕਹਾਣੀ ਮੇਰਾ ਜੀ ਕਰਦਾ ਉਹ ਕਹਾਣੀ ਮੈਂ ਦੁਬਾਰਾ ਉਹ ਤੋਂ ਹੀ ਸ਼ੁਰੂਆਤ ਕਰਾਂ, ਦੁਬਾਰਾ ਲਿਖਾਂ। ਹਾਂ ਬਿਲਕੁਲ, ਬਹੁਤ ਖੁਸ਼ੀ ਹੋਏਗੀ। ਬਹੁਤ ਅੱਛੀ ਗੱਲ ਹੈ ਕਿ ਤੁਹਾਨੂੰ ਅੱਜ ਵੀ ਆਪਣੀ ਪਹਿਲੀ ਰਚਨਾ ਜਿਹੜੀ ਹੈ ਜਿਉਂ ਦੀ ਤਿਉਂ ਯਾਦ ਹੈ। ਉਸ ਤੋਂ ਬਾਅਦ ਤੁਸੀਂ ਬਰਜਿੰਦਰਾ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਹੈ, ਮੈਨੂੰ ਪਤਾ B.Com ਕੀਤੀ ਹੈ। ਕਾਲਜ ਰਹਿੰਦਿਆਂ ਤੁਹਾਡੀਆਂ ਜਿਹੜੀਆਂ ਲੇਖਣੀ ਸੀਗੀ ਉਹਦੇ ਵੱਲ ਰੁਝਾਨ ਜਿਹੜਾ ਸੀ ਕਿਵੇਂ ਰਿਹਾ? ਕਾਲਜ ਵਿੱਚ ਪੜ੍ਹਦੇ ਮੇਰਾ ਰੁਝਾਨ ਇਹ ਸੀਗਾ ਕਿ ਪੜ੍ਹਨ ਲਈ ਬਹੁਤ ਸੀਗਾ। ਆਪਣੀਆਂ ਕੋਰਸ ਦੀਆਂ ਕਿਤਾਬਾਂ ਪੜ੍ਹ ਲਈਆਂ, ਟਿਊਸ਼ਨ ਮੈਂ ਰੱਖੀ ਨਹੀਂ ਸੀਗੀ, ਜਿੱਥੇ ਦੂਜੇ ਵਿਦਿਆਰਥੀ 2-2 ਘੰਟੇ ਉਦੋਂ ਬਾਅਦ ਟਿਊਸ਼ਨ ਤੇ ਜਾਂਦੇ ਸੀ। ਮੈਂ ਉੱਥੋਂ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਹੋਰ ਬਹੁਤ ਸਾਰੇ ਨਾਵਲ ਲਿਆਉਣੇ। ਉਹਨਾਂ ਨੇ 2 ਘੰਟੇ ਟਿਊਸ਼ਨ ਪੜ੍ਹਨਾ, ਮੈਂ ਬੱਸ 'ਚ ਤਾਂ ਟਾਈਮ ਨਹੀਂ ਸੀ ਮਿਲਦਾ, ਛੱਤ ਤੇ ਲੌਂਕ ਕੇ ਜਾਣਾ ਹੁੰਦਾ ਸੀ ਪਿੱਛੇ ਘਰੇ। ਤੇ ਜਾ ਕੇ ਫਿਰ ਮੈਂ ਉਹ ਨਿੱਤ ਮੈਨੂੰ ਇਹ ਸੀਗਾ ਕਿ ਮੈਂ ਕੁਛ ਨਾ ਕੁਛ 5-10 ਸਫ਼ੇ ਜੇ ਟਾਈਮ ਹੈਗਾ ਤਾਂ ਜ਼ਿਆਦਾ ਉਹ ਪੜ੍ਹਨੇ। ਤੇ ਮੈਂ ਨਾਲੇ ਪੜ੍ਹਾਈ ਚਾਲੂ ਰੱਖਿਆ ਤੇ ਪਰ ਲਿਖਣ ਦਾ ਕੰਮ ਪਿੱਛੇ ਪੈ ਗਿਆ ਸੀਗਾ, ਕਿਉਂਕਿ ਇਹ ਸੀਗਾ ਕਿ B.Com ਹੁਣ ਸ਼ੁਰੂ ਕੀਤੀ ਆ, ਜੇ ਬਰਜਿੰਦਰਾ ਕਾਲਜ ਦੇ ਵਿੱਚੋਂ ਪਾਸ ਨਾ ਕੀਤੀ ਫਿਰ ਅੱਗੇ ਕੋਟਕਪੂਰੇ ਉਸ ਕਾਲਜ ਜਾਣਾ ਪਊਗਾ, ਉਹ ਫਿਰ 12 ਕਿਲੋਮੀਟਰ ਦੀ ਵਾਟ ਆ। ਤੋ ਇਹ ਸੀਗਾ ਕਿ ਮੈਨੂੰ ਪੜ੍ਹੀ ਚੱਲੋ ਜਿੰਨਾ ਕੁ ਪੜ੍ਹ ਸਕਦੇ ਆ, ਪਰ ਲਿਖਿਆ ਮੈਂ ਕੁਛ ਨਹੀਂ ਹੈਗਾ ਉਹਨਾਂ ਦਿਨਾਂ ਦੇ ਵਿੱਚ। ਕੀ ਤੁਹਾਨੂੰ ਲੱਗਦਾ ਹੈ ਕਿ ਲਿਖਣ ਵਾਸਤੇ ਪੜ੍ਹਨਾ ਜ਼ਰੂਰੀ ਹੈ? ਕਿਉਂਕਿ ਬਹੁਤ ਸਾਰੇ ਕਈ ਮੈਂ ਲੋਕ ਵੇਖੇ ਨੇ ਜਿਹੜੇ ਸੋਚਦੇ ਨੇ ਕਿ ਵੀ ਲਿਖਣਾ ਤਾਂ ਸਾਡੀ ਆਪਣੀ ਓਰੀਜਨੈਲਿਟੀ ਹੈ, ਸਾਨੂੰ ਦੂਜਿਆਂ ਦੇ ਕੋਲੋਂ ਕੀ ਲੋੜ ਹੈ ਸੇਧ ਲੈਣ ਦੀ ਜਾਂ ਪੜ੍ਹਨ ਦੀ। ਨਹੀਂ ਜੀ, ਲਿਖਣ ਦਾ ਇਹ ਹੈਗਾ ਨਾ ਕਿ ਲਿਖਣਾ ਤਾਂ ਆਪਣਾ ਚਲੋ ਕੁਦਰਤੀ ਦਾਤ ਆ ਕਿ ਆਪਾਂ ਕਲਮ ਘਸਾਉਣੀ ਸ਼ੁਰੂ ਕਰ ਦਿੰਦੇ ਆ, ਮੈਂ ਵੀ ਕੀਤੀ ਆ। ਤੇ ਪਰ ਜਿਹੜਾ ਉਹਦੇ 'ਚ ਨਿਖਾਰ ਆ, ਜਿਹੜਾ ਉਹਦੇ 'ਚ ਅਸਲੀ ਤੱਤ ਉਹਦੇ 'ਚ ਫੜਨਾ ਕਿ ਤੁਹਾਡੀ ਰਚਨਾ ਸਮਾਜ ਦੇ ਲਈ ਕੀ ਕਰ ਰਹੀ ਹੈ। ਕੀ ਉਹ ਹੋਮਿਓਪੈਥੀ ਦੀ ਦਵਾਈ ਵਰਗੀ ਆ, ਹੌਲੀ ਹੌਲੀ ਅਸਰ ਕਰ ਰਹੀ ਆ, ਉਹ ਵੀ ਚੰਗਾ। ਕੀ ਉਹ ਤੇਜ਼ ਅਸਰ ਕਰਦੀ ਆ, ਉਹ ਵੀ ਵਧੀਆ। ਜੇ ਉਹ ਅਸਰ ਹੀ ਨਹੀਂ ਕਰਦੀ, ਤੁਸੀਂ ਉੱਦਾਂ ਹੀ ਲਿਖੀ ਜਾਂਦੇ ਹੈਗੇ ਆ ਜਿਵੇਂ ਅੱਜ ਦੇ ਗਾਣੇ ਆਉਂਦੇ ਹੈਗੇ ਆਏ ਚਲੇ ਗਏ, ਜਾਂ ਕੋਈ ਤੁਸੀਂ ਉੱਦਾਂ ਦੀਆਂ ਗੱਲਾਂ ਲਿਖੀ ਜਾਂਦੇ ਜਿਨ੍ਹਾਂ ਦਾ ਸਮਾਜ 'ਤੇ ਨਾ ਕੋਈ ਚੰਗਾ ਪ੍ਰਭਾਵ ਆ ਨਾ ਮਾੜਾ ਪ੍ਰਭਾਵ ਆ, ਉਹਨਾਂ 'ਚੋਂ ਜੇ ਆਪਾਂ ਨਿਕਲਣਾ ਤਾਂ ਆਪਣੇ ਵਾਸਤੇ ਪੜ੍ਹਨਾ ਬਹੁਤ ਜ਼ਰੂਰੀ ਆ। ਆਪਾਂ ਨੂੰ ਸਮਾਜ ਦੇ ਵਰਤਾਰੇ ਸਮਝਣੇ ਪੈਣਗੇ, ਕਮਿਊਨਿਜ਼ਮ ਕੀ ਹੈ, ਸੋਸ਼ਲਿਜ਼ਮ ਕੀ ਆ, ਰਾਈਟ, ਕਿੱਥੋਂ ਜਾ ਕੇ ਕੀ ਇਹ ਸਿਸਟਮ ਚੱਲਦੇ ਹੈਗੇ ਉੱਪਰਲੇ ਲੈਵਲ ਤੋਂ, ਸਾਰੇ ਵਰਤਾਰੇ ਜੇ ਆਪਾਂ ਸਮਝ ਕੇ ਲਿਖਦੇ ਆ ਤਾਂ ਜ਼ਾਹਰ ਆ ਕਿ ਉਹ ਸਮਾਜ ਦੀ ਭਲਾਈ ਵਾਸਤੇ ਵਧੀਆ ਹੈਗਾ। ਬਿਲਕੁਲ, ਆਪਾਂ ਨੂੰ ਨਾ ਬਹੁਤ ਜ਼ਰੂਰੀ ਆ ਪੜ੍ਹਨਾ। ਬਿਲਕੁਲ, ਆਪਾਂ ਨੂੰ ਕਈ ਵਾਰੀ ਆਉਂਦਾ ਵੀ ਹੈ, ਰੋਸ ਵੀ ਇਸ ਗੱਲ ਤੇ ਆਉਂਦਾ ਹੈ ਕਿ ਅਸੀਂ ਪੰਜਾਬੀ ਜਿਹੜੇ ਆ ਸਾਡਾ ਪੜ੍ਹਨ ਦਾ ਰੁਝਾਨ ਬਹੁਤ ਬਹੁਤ ਘੱਟ ਆ। ਕਿਤਾਬਾਂ ਜਿਹੜੀਆਂ ਨੇ ਉਹ ਸਾਡੀਆਂ ਸਾਥੀ ਨਹੀਂ ਬਣ ਪਾਉਂਦੀਆਂ, ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਵਿੱਥ ਤੇ ਰੱਖ ਕੇ ਹੀ ਰੱਖਦੇ ਹਾਂ। ਹਾਂਜੀ ਹਾਂ। ਤੇ ਬਲਜਿੰਦਰ, ਪਹਿਲੀ ਤੁਸੀਂ ਹੁਣ ਦੱਸਿਆ ਕਿ ਇੱਕ ਲਿਖੀ ਕਹਾਣੀ ਸੀ, ਬਟ ਕਵਿਤਾ ਤੁਹਾਡੀ ਪਹਿਲੀ ਛਪੀ, ਕੋਈ ਯਾਦ ਹੈ ਪਹਿਲੀ ਕਵਿਤਾ ਕਿਹੜੀ ਛਪੀ ਸੀ? ਹਾਂਜੀ, ਪਹਿਲੀ ਕਵਿਤਾ ਮੇਰੀ ਛਪਦੀ, ਮੈਂ ਤੁਹਾਨੂੰ ਦੱਸ ਦੇਣਾ, ਉਹ ਸ਼ਾਇਦ ਇਹਦੇ ਵਿੱਚ ਵੀ ਦਰਜ ਹੈਗੀ ਆ। ਕਿਹੜੀ ਕਿਤਾਬ ਤੁਹਾਡੀ? ਹਾਂ, ਕਵਿਤਾ ਦੇ ਨਾਲ ਕਿਤਾਬ ਕਿਹੜੀ ਛਪੀ? ਹਾਂਜੀ, ਮੇਰੀ ਪਹਿਲੀ ਕਿਤਾਬ ਇੱਧਰ ਆ ਕੇ ਛਪੀ ਆ ਕੈਨੇਡਾ 'ਚ, ਕਵਿਤਾ ਮੈਨੂੰ ਮਾਫ ਕਰੀ 2008 ਦੇ ਵਿੱਚ। ਅੱਛਾ। ਤੇ ਇਹਦੇ ਵਿੱਚ ਹੀ ਕੁਛ ਮੈਂ ਆਪਣੀਆਂ ਪਹਿਲਾਂ ਉੱਧਰ ਲਿਖੀਆਂ ਹੋਈਆਂ ਕਵਿਤਾਵਾਂ ਸੀਗੀਆਂ, ਕੁਛ ਫਿਰ ਮੈਂ 2008 ਤੋਂ ਪਹਿਲਾਂ ਇੱਧਰ ਜੋ ਲਿਖੀਆਂ ਸੀ ਉਹ ਸਾਰੀਆਂ ਇਕੱਠੀਆਂ ਕਰਕੇ ਇਸ ਕਿਤਾਬ ਦੇ ਵਿੱਚ ਉਹ ਛਪਾਈਆਂ ਸੀਗੀਆਂ ਸਾਰੀਆਂ। ਹਾਂਜੀ। ਤੇ ਪਹਿਲੀ ਕਵਿਤਾ ਕੋਈ ਯਾਦ ਹੈ ਤੁਹਾਨੂੰ? ਕਿਹੜੀ ਕਵਿਤਾ ਸੀ ਤੁਹਾਡੀ ਜਿਹੜੀ ਕਿ ਹਰਫ ਬਣ ਕੇ ਤੁਹਾਡੇ ਕਾਗਜ਼ ਦੇ ਉੱਪਰ ਬਣੀ ਤੇ ਤੁਹਾਡੇ ਮਨ ਦੀ ਕੀ ਕਹਿ ਸਕਦੇ ਹੋ? ਹਾਂਜੀ, ਮੈਨੂੰ ਆ ਗਈ ਨਿਕਲੀ ਕਵਿਤਾ, ਭ੍ਰਿਸ਼ਟਾਚਾਰ ਕਵਿਤਾ ਹੈਗੀ ਆ। ਅੱਛਾ ਜੀ। ਸੋ ਇਹ ਮੇਰੀ ਪਹਿਲੀ ਕਵਿਤਾ ਸੀਗੀ ਤੇ ਜਿਹੜੇ ਅਖਬਾਰ ਦੇ ਵਿੱਚ ਛਪੀ ਸੀ ਉਹਨਾਂ ਨੇ ਕਿਹਾ ਸੀਗਾ ਬਹੁਤ ਵਧੀਆ ਕਵਿਤਾ, ਹੋਰ ਲਿਖ। ਹਾਂ, ਮੈਂ ਚਾਹੂੰਗੀ ਸਾਡੇ ਸਰੋਤਿਆਂ ਨੂੰ। ਹਾਂਜੀ ਬਿਲਕੁਲ। ਸੋ ਭ੍ਰਿਸ਼ਟਾਚਾਰ, ਮੇਰੇ ਦੇਸ਼ ਦਾ ਹੋਇਆ ਹੁਣ ਹਾਲ ਮੰਦੜਾ, ਪੈਰ ਥਿੜਕ ਗਏ ਸੱਚ ਦੇ ਤਾਲਦੇ ਨੇ, ਚਾਰੇ ਪਾਸੇ ਆ ਲੁੱਟ ਕਸੁੱਟ ਮੱਚੀ, ਜੇਬਾਂ ਗਰਬਾਉਣ ਲਈ ਹੋਰਾਂ ਦੇ ਚੁੱਲ੍ਹੇ ਠਾਰਦੇ ਨੇ, ਵਿੱਚ ਦਫ਼ਤਰਾਂ ਅਫਸਰਾਂ ਮੂੰਹ ਅੱਡੇ,
ਕੰਮ ਥੋੜਾ ਤੇ ਖਾਣ ਨੂੰ ਬਹੁਤਾ ਭਾਲਦੇ ਨੇ, ਕਾਨੂੰਨ ਵਿੱਚ ਕਿਤਾਬਾਂ ਬੰਦ ਕੂਕੇ, ਜ਼ਮੀਰ ਗੁੰਮ ਗਏ ਕਿੱਥੇ ਸਰਕਾਰ ਦੇ ਨੇ, ਨੇਤਾ ਭ੍ਰਿਸ਼ਟਾਚਾਰ ਦੀਆਂ ਟੱਪਣ ਕੱਸੀਆਂ, ਚੇਲੇ ਨਹਿਰਾਂ ਤੋਂ ਛੜੱਪੇ ਮਾਰਦੇ ਨੇ। ਇਹ ਮੇਰੀ ਪਹਿਲੀ ਕਵਿਤਾ ਸੀ ਜਿਹੜੀ ਅਖਬਾਰ 'ਚ ਉਧਰ ਛਪੀ ਸੀ। ਉਧਰ ਛਪੀ ਸੀ ਤੇ ਜਿਹਨੇ ਤੁਹਾਨੂੰ ਹੋਰ ਕਵਿਤਾਵਾਂ ਲਿਖਣ ਲਈ ਪ੍ਰੇਰਨਾ ਦਿੱਤੀ। ਹਾਂਜੀ, ਮੈਂ ਵੀ ਇਹਦੇ ਵਿੱਚੋਂ ਕੁਝ ਕਵਿਤਾਵਾਂ ਜਿਹੜੀਆਂ ਪੜ੍ਹੀਆਂ ਨੇ ਜਿਨ੍ਹਾਂ ਦਾ ਜ਼ਿਕਰ ਆਪਾਂ ਬਾਅਦ ਦੇ ਵਿੱਚ ਕਰਦੇ ਆ, ਜ਼ਰੂਰ। ਪਰ ਮੈਂ ਇਹਦੇ ਨਾਲ ਹੀ ਇਹ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਇੱਕ ਲੇਖਕ ਆਪਣੀ ਕਿਤਾਬ ਛਪਾਉਂਦਾ ਹਾਂਜੀ ਤਾਂ ਆਪਣੇ ਪੰਜਾਬੀ ਸਾਹਿਤ ਦੇ ਵਿੱਚ ਕਿਤਾਬਾਂ ਦੇ ਛਪਣ ਬਾਰੇ ਤੁਹਾਡੀ ਕੀ ਰਾਏ ਆ, ਜਾਂ ਕੀ ਚੀਜ਼ ਹੈ ਕਿ ਤੁਹਾਨੂੰ ਕੋਈ ਦਿੱਕਤ ਆਈ, ਜਾਂ ਕਿਹੜੀ ਚੀਜ਼ ਸਾਨੂੰ ਲੱਗਦੀ ਹੈ ਕਿ ਜਿਹੜੇ ਦੂਜੀਆਂ ਬੋਲੀਆਂ ਦੇ ਵਿੱਚ ਸ਼ਾਇਦ ਨਹੀਂ ਹੈ, ਸਾਡੀ ਲੇਖਕ ਜਿਹੜਾ ਵਾ ਉਹਦੇ ਲਈ ਛਪਾਉਣਾ ਬੜਾ ਔਖਾ ਹੈ? ਵੈਸੇ ਮੈਨੂੰ ਲੱਗਦਾ ਕਿ ਨਵੇਂ ਲੇਖਕ ਜਿੰਨੇ ਵੀ ਮਸ਼ਹੂਰ ਹੋਏ ਆ, ਚਾਹੇ ਕੋਈ ਵੀ ਹੋਵੇ, ਸਾਰਿਆਂ ਨੂੰ ਕੁਛ ਨਾ ਕੁਛ ਤਾਂ ਮੁਸ਼ਕਲ ਆਉਂਦੀ ਆ ਜਦੋਂ ਆਪਾਂ ਪ੍ਰਕਾਸ਼ਕਾਂ ਤੱਕ ਜਾਂਦੇ ਹੈਗੇ ਆ। ਤੇ ਉਹੀ ਮੁਸ਼ਕਲਾਂ ਨਾਲ ਮੇਰਾ ਵੀ ਵਾਹ ਪਿਆ, ਕਿਉਂਕਿ ਮੈਂ ਕੋਈ ਲੇਖਕ ਨਹੀਂ ਸੀਗਾ। ਪਹਿਲੀ ਕਵਿਤਾ ਦੀ ਕਿਤਾਬ ਜਿਹੜੀ ਇਹ ਆ, ਮੈਂ ਪੱਲਿਓ ਮੈਨੂੰ ਲੱਗਦਾ ਕਿ $300 ਦੇ ਕੇ ਛਪਾਈ ਸੀਗੀ। ਅੱਛਾ ਜੀ। ਤੇ ਉਹਦੇ ਵਿੱਚ ਮੈਨੂੰ ਪ੍ਰਕਾਸ਼ਕ ਨੇ, ਚੇਤਨਾ ਪ੍ਰਕਾਸ਼ਨ ਨੇ 300 ਕਿਤਾਬ ਭੇਜੀ ਸੀ ਫ੍ਰੀ, ਤੇ ਕਿ ਤੂੰ ਅੱਗੇ ਨੂੰ $10 $5 ਚ ਵਿੱਚ ਵੇਚ ਸਕਦਾ ਹੈਗਾ, ਉਹਨੇ ਤੇਰੇ ਪੈਸੇ ਪਰ ਆਪਾਂ ਕਿਸੇ ਨੂੰ ਵੇਚਣੀ ਤਾਂ ਨਹੀਂ ਸੀ, ਕਿਉਂਕਿ ਆਪਾਂ ਸ਼ੌਂਕ ਵਾਸਤੇ ਜੇ ਕੋਈ ਪੜ੍ਹਨ ਵਾਲਾ ਸਾਥੀ ਮਿਲਦਾ ਸੀਗਾ ਤਾਂ ਮੈਂ ਉਹਨਾਂ ਨੂੰ ਦੇ ਦਿੰਦਾ ਸੀਗਾ। ਸੋ ਇੱਦਾਂ ਸੀਗਾ ਬਸ। ਉਸ ਤੋਂ ਅੱਗੇ ਫਿਰ ਦੂਜੀ ਕਿਤਾਬ ਦੀ ਜ਼ਰੂਰ ਜਦੋਂ ਮੈਂ ਪੰਜਾਬੀ ਸਾਹਿਤ ਪਰਖ ਤੇ ਪੜਚੋਲ ਛਪੀ, ਇਹਦੀ ਕਾਫੀ ਡਿਮਾਂਡ ਕਿਤਾਬ ਦੀ ਮੰਗ ਰਹੀ ਵੀ ਕੈਨੇਡਾ ਤੋਂ ਇਹ ਪਹਿਲੀ ਕਿਤਾਬ ਛਪੀ ਹੈਗੀ ਆ ਵੀ ਜਿਹੜੀ ਹੋਰਾਂ ਕਿਤਾਬਾਂ ਦੀ ਪੜਚੋਲ ਕਰਦੀ ਹੈਗੀ ਆ, ਤੇ ਛਪੀ ਵੀ ਹੈਗੀ ਆ ਵੀ ਇੱਕ ਛੋਟੀ ਉਮਰ 'ਚ ਕਿਸੇ ਨੇ ਛਾਪੀ ਹੈਗੀ ਆ। ਸੋ ਇਹਦਾ ਮੈਨੂੰ ਕਾਫੀ ਲੋਕਾਂ ਨੇ ਉਤਸ਼ਾਹਿਤ ਕੀਤਾ ਕਿ ਤੂੰ ਵਧੀਆ ਇਹ ਹੈਗਾ ਵੀ ਉੱਧਰ ਬਹਿ ਕੇ ਵੀ ਤੂੰ ਪੜਚੋਲ ਕਰ ਰਿਹਾ ਹੈ। ਛਪਾਈ ਆਪਣੇ ਪੈਸਿਆਂ ਨਾਲ? ਹਾਂਜੀ, ਛਪਾਈ ਆਪਣੇ ਪੈਸੇ ਨਾਲ। ਇਹ ਗੱਲ ਖੈਰ ਮੈਂ ਜ਼ਰੂਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪੰਜਾਬੀ ਬੋਲੀ ਇੱਕ ਇਹੋ ਜਿਹੀ ਬੋਲੀ ਹੈ ਜਿਹਦੀਆਂ ਕਿਤਾਬਾਂ ਲੇਖਕਾਂ ਨੂੰ ਪੱਲਿਓਂ ਪੈਸੇ ਦੇ ਕੇ ਅੱਜ ਦੇ ਮੌਕੇ ਛਪਾਉਣੀਆਂ ਪੈਂਦੀਆਂ। ਹਾਲਾਂਕਿ ਜਦੋਂ ਅਸੀਂ ਆਪਣੇ ਪ੍ਰਕਾਸ਼ਕ ਨਾਲ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਨੇ ਜੀ ਜੇ ਕਿਤਾਬ ਬਹੁਤ ਵਿਕਦੀ ਹੋਵੇ, ਫਿਰ ਪਹਿਲਾਂ ਤਾਂ ਸੁਣਿਆ ਸੀ ਜਿਵੇਂ ਨਾਨਕ ਸਿੰਘ ਦੇ ਕੋਲੋਂ ਨਾਵਲ ਉਹਦੇ ਘਰੋਂ ਲੈ ਜਾਂਦੇ ਸੀ, ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਉਹ ਲੋਕੀ ਉਹਨਾਂ ਦੇ ਪ੍ਰਕਾਸ਼ਕ ਪਹਿਲਾਂ ਉਡੀਕਦੇ ਹੁੰਦੇ ਸੀਗੇ। ਤੇ ਕੀ ਕੁਝ ਲੱਗਦਾ ਕਿ ਆਪਣੀ ਲੇਖਣੀ ਦੇ ਵਿੱਚ ਹੀ ਕੁਝ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਜਾਂ ਜ਼ਿਆਦਾ ਪੰਜਾਬੀ ਸਾਹਿਤ ਛਪਣ ਲੱਗ ਗਿਆ ਕਿ ਪ੍ਰਕਾਸ਼ਕਾਂ ਨੂੰ ਸਾਨੂੰ ਪੈਸੇ ਦੇ ਕੇ ਕਿਤਾਬਾਂ ਛਪਾਉਣੀਆਂ ਪੈਂਦੀਆਂ? ਇਹਦੇ ਵਿੱਚ ਕਈ ਤੱਤ ਰਲਦੇ ਆ ਜੀ। ਜੇ ਆਪਾਂ ਦੇਖੀਏ ਤਾਂ ਇੱਕ ਤਾਂ ਇਹ ਹੋ ਗਿਆ ਕਿ ਉਦੋਂ ਸਾਧਨ ਬਹੁਤੇ ਨਹੀਂ ਸਨ, ਟੀਵੀ ਨਹੀਂ ਸੀਗਾ, ਹੋਰ ਕੋਈ ਮਨੋਰੰਜਨ ਦੇ ਸਾਧਨ ਨਹੀਂ ਸਨ। ਸੋ ਸਾਰੇ ਕਿਤਾਬਾਂ ਪੜ੍ਹਨ ਲਈ ਕੁਛ ਮੈਨੂੰ ਲੱਗਦਾ ਕਿ ਸ਼ਾਇਦ ਜ਼ਿਆਦਾ ਹੋਰ ਕੋਈ ਹੈ ਹੀ ਨਹੀਂ ਸੀ। ਨਾਵਲ ਪੜ੍ਹਨੇ ਹੱਥੋਂ ਹੱਥ ਗਾ ਦੂਸਰਿਆਂ ਨੂੰ ਦੇ ਦੇਣਾ, ਇੱਕ ਨਾਵਲ ਕਿੰਨਿਆਂ ਕੋਲੇ ਘੁੰਮਦਾ ਸੀ ਜਿੰਨਾ ਕੁ ਮੈਂ ਸੁਣਿਆ ਹੈਗਾ। ਤੇ ਉਸ ਤੋਂ ਬਾਅਦ ਹੌਲੀ ਹੌਲੀ ਟੀਵੀ ਆ ਗਿਆ, ਲੋਕ ਉਧਰ ਨੂੰ ਹੋ ਗਏ। ਫਿਰ ਹੁਣ ਸੋਸ਼ਲ ਮੀਡੀਆ ਤੇ ਇੰਨਾ ਕੁਛ ਪਿਆ ਹੈਗਾ ਕਿ ਲੋਕ ਉਹੀ ਮੀਡੀਆ ਦੀਆਂ ਖਬਰਾਂ ਕੱਚ ਕਰੜ ਸੁਣ ਕੇ ਦਿਹਾੜੀ ਕੱਢ ਦਿੰਦੇ ਆ, ਉੱਦਾਂ ਦੇ ਨਾਟਕ ਚੱਲੀ ਜਾਂਦੇ ਆ ਤੇ ਕਿਤਾਬ ਕਲਚਰ ਨਾਲੋਂ ਲੋਕ ਟੁੱਟ ਗਏ ਹੈਗੇ। ਪਰ ਜਿਹੜਾ ਇੱਕ ਵਧੀਆ ਕਿਤਾਬ ਪੜ੍ਹਨ ਦਾ ਆਨੰਦ, ਹੁਣ ਵੀ ਜਦੋਂ ਮੈਨੂੰ ਟਾਈਮ ਮਿਲਦਾ ਤਾਂ ਮੇਰੇ ਹੱਥ ਵਿੱਚ ਕੁਛ ਟਾਈਮ ਕਿਤਾਬ ਹੀ ਹੁੰਦੀ ਹੈ ਕਿ ਬਹਿ ਕੇ ਕਿਤਾਬ ਪੜ੍ਹਨੀ ਹੈ। ਬਿਲਕੁਲ। ਸੋ ਕਿਤਾਬਾਂ ਦਾ ਕਲਚਰ ਆਪਾਂ ਨੂੰ, ਕਿਤਾਬ ਪੜ੍ਹਨ ਦਾ ਆਪਾਂ ਨੂੰ ਵਧਾਉਣਾ ਚਾਹੀਦਾ ਹੈਗਾ। ਇਹਨਾਂ ਦੇ ਵਿੱਚੋਂ ਆਪਾਂ ਨੂੰ ਅਸਲ ਸਿੱਖਿਆ ਮਿਲਣੀ ਹੈ। ਮੈਂ ਵੇਖਿਆ ਕਿ ਸਾਡੇ ਘਰਾਂ ਦੇ ਵਿੱਚ ਹਰ ਚੀਜ਼ ਹੁੰਦੀ ਹੈ, ਸੋਫੇ ਵਧੀਆ ਨੇ, ਕਾਰਾਂ ਵਧੀਆ ਨੇ, ਹਰ ਚੀਜ਼ ਵਧੀਆ, ਪਰ ਕਿਤਾਬ ਦੀ ਅਲਮਾਰੀ ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਹੈ। ਇਹ ਸਾਡੇ ਪੰਜਾਬੀ ਜਿਹੜੀ ਫਿਤਰਤ ਹੈ, ਇਹ ਉਹਦੇ ਇੱਕ ਰੁਝਾਨ ਜਿਹੜਾ ਮੈਨੂੰ ਤੇ ਹਮੇਸ਼ਾ ਨਾ ਪੱਖੀ ਹੋਈ ਲੱਗਦਾ ਹੁੰਦਾ ਕਿ ਪੜ੍ਹਨ ਦਾ ਰੁਝਾਨ ਜਿਹੜਾ ਉਹ ਜਾਂ ਤੇ ਕਹਿ ਲਓ ਕਿ ਅਸੀਂ ਸਕੂਲਾਂ ਦੇ ਵਿੱਚ ਹੀ ਨਹੀਂ ਪਾਉਂਦੇ। ਹੁਣ ਮੈਂ ਵੇਖਿਆ ਸੀ ਕਹਿੰਦੇ ਨੇ ਕਿ ਪੰਜਾਬ ਦਾ ਜਿਹੜਾ ਹੈ ਵਿਦਿਅਕ ਢਾਂਚਾ ਨੰਬਰ 1 ਤੇ ਆਇਆ। ਪੰਜਾਬ ਦੇ ਵਿੱਚ ਲਾਇਬ੍ਰੇਰੀਆਂ ਵੀ ਹੈਗੀਆਂ ਨੇ, ਕੰਪਿਊਟਰ ਦੀਆਂ ਲੈਬਸ ਵੀ ਹੈਗੀਆਂ ਨੇ, ਸਭ ਕੁਝ ਹੈ। ਪਰ ਉਹਦੇ ਨਾਲ ਹੀ ਇੱਕ ਗੱਲ ਆਈ ਕਿ 8ਵੀਂ ਜਮਾਤ ਦਾ ਮੁੰਡਾ ਜਿਹੜਾ ਉਹ ਬੱਚਾ ਜਿਹੜਾ ਉਹ ਦੂਜੀ ਜਮਾਤ ਦੀ ਕਿਤਾਬ ਪੰਜਾਬੀ ਦੀ ਨਹੀਂ ਪੜ੍ਹ ਸਕਦਾ। ਸੋ ਜੇ ਹੁਣ 8ਵੀਂ ਜਮਾਤ ਦਾ ਬੱਚਾ ਜਿਹੜਾ ਦੂਜੀ ਦੀ ਕਿਤਾਬ ਪੰਜਾਬੀ ਦੀ ਨਹੀਂ ਪੜ੍ਹ ਸਕਦਾ ਤਾਂ ਕਿਵੇਂ ਅਸੀਂ ਸੋਚ ਸਕਦੇ ਹਾਂ ਕਿ ਉਹ ਲਾਇਬ੍ਰੇਰੀ ਦੇ ਵਿੱਚੋਂ ਲੈ ਕੇ ਕਿਤਾਬਾਂ? ਬਿਲਕੁਲ ਜੀ। ਸੋ ਇਹਦੇ ਵਿੱਚ ਆਪਣਾ ਰੁਜ਼ਗਾਰ ਵੀ ਆ ਜਾਂਦਾ ਕਿ ਪੰਜਾਬੀ ਨੂੰ ਆਪਾਂ ਰੁਜ਼ਗਾਰ ਦੀ ਭਾਸ਼ਾ ਬਣਾਈ ਹੈ। ਜਿਵੇਂ ਪਹਿਲਾਂ ਕਿ ਬਹੁਤ ਸਾਰੇ ਤੱਤ ਰਲਦੇ ਹੈਗੇ ਆ। ਉਸ ਤੋਂ ਅੱਗੇ ਫਿਰ ਆਪਣਾ ਇਹ ਹੁਣ ਹੈਗਾ ਕਿ ਹਰ ਇੱਕ ਬੱਚਾ ਇਹ ਸੋਚਦਾ ਮੈਂ ਬਾਹਰ ਜਾਣਾ ਮੈਨੂੰ ਅੰਗਰੇਜ਼ੀ ਦੀ ਲੋੜ ਪੈਣੀ ਆ, ਸੋ ਮੈਂ ਪੰਜਾਬੀ ਪੜ੍ਹ ਕੇ ਕੀ ਕਰਨੀ ਹੈਗੀ ਆ। ਤੇ ਇਹ ਦੂਸਰਾ ਇਹ ਹੈਗਾ ਕਿ ਜਿਵੇਂ ਹੁਣ ਮੈਂ 2001 'ਚ ਇੱਥੇ ਆਇਆ ਸੀਗਾ, ਤਾਂ ਜਦੋਂ ਇੱਧਰ ਆਪਾਂ ਆਉਂਦੇ ਆ ਤਾਂ ਆਪਾਂ ਨੂੰ ਇੱਕ ਮਸ਼ੀਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਕਿ ਹਾਂ ਬਈ ਜਦੋਂ ਮੈਂ ਪਹਿਲੀ ਵਾਰੀ ਆ ਕੇ ਕੰਮ ਤੇ ਲੱਗਾ ਤਾਂ ਸਾਰੇ ਕਹਿੰਦੇ ਕਿ ਇੱਕ ਮਸ਼ੀਨ ਹੋਰ ਆ ਗਈ ਹੈ ਨਾ। ਸੋ ਜਿਨ੍ਹਾਂ ਦੇ ਘਰੇ ਜਾਣਾ, ਕਿਸੇ ਦੇ ਘਰੇ ਕੋਈ ਕਿਤਾਬ ਨਹੀਂ ਸੀਗੀ ਤੇ ਮੈਂ ਉੱਧਰ ਕਿਤਾਬਾਂ ਪੜ੍ਹਦਾ ਸੀ, ਮੈਨੂੰ ਇਹਦੀ ਭੁੱਖ ਮਹਿਸੂਸ ਹੁੰਦੀ ਸੀਗੀ। ਸੋ ਕੁਛ ਦਿਨਾਂ ਬਾਅਦ ਆਪਣੇ ਗੁਰਦੁਆਰਾ ਸਾਹਿਬ ਗਏ, ਉੱਥੇ ਮੈਨੂੰ
ਪੰਜਾਬੀ ਦੇ ਮੈਗਜ਼ੀਨ ਪਏ ਮਿਲੇ, ਕਿਉਂਕਿ ਉਦੋਂ ਕੈਲਗਰੀ ਦੇ ਗੁਰਦੁਆਰੇ ਵਿੱਚ ਰੱਖਦੇ ਹੁੰਦੇ ਸੀਗੇ। ਉੱਥੋਂ ਸਿੱਖ ਵਿਰਸਾ ਲੈ ਕੇ ਆਂਦਾ ਤਾਂ ਥੋੜੀ ਠੰਡ ਪਈ ਕਿ ਹੁਣ ਆਪਾਂ ਕਿਤਾਬਾਂ ਨਾਲ ਜੁੜਦੇ ਚਲੋ ਇਹ ਤਾਂ ਬਿਲਕੁਲ ਹਾਂ ਪੱਕੀ ਗੱਲ ਹੈ ਬਲਜਿੰਦਰ ਕਿ ਸਾਡੇ ਵਿਦੇਸ਼ ਦੇ ਵਿੱਚ ਪੰਜਾਬੀ ਦਾ ਸਾਹਿਤ ਜਿਹੜਾ ਬਿਲਕੁਲ ਮੁਫਤ ਮਿਲਦਾ ਤੇ ਲੋਕੀ ਘਰਾਂ ਨੂੰ ਲੈ ਜਾਂਦੇ ਨੇ। ਰੁਝਾਨ ਕਿੰਨਾ ਕੁ ਹੈ ਪੜ੍ਹਨ ਦਾ। ਇੱਕ ਆਪਣੇ ਇੱਥੇ ਭਜਨ ਸਿੰਘ ਗਿੱਲ ਹੁਣੀ ਮੇਲਾ ਵੀ ਲਾਉਂਦੇ ਨੇ ਕਿਤਾਬਾਂ ਦਾ, ਉਹਦੀ ਵੀ ਗੱਲ ਆਪਾਂ ਕਰਦੇ ਆ। ਪਰ ਲੈਣੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਲਜਿੰਦਰ ਸੰਘਾ ਜੀ ਨਾਲ ਪ੍ਰੋਗਰਾਮ ਗੱਲਬਾਤ ਦੇ ਵਿੱਚ ਅਸੀਂ ਗੱਲਬਾਤ ਜਾਰੀ ਰੱਖਾਂਗੇ। ਸੋ ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਤੇ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਵਿੱਚ। ਅੱਜ ਦੇ ਗੱਲਬਾਤ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਬਲਜਿੰਦਰ ਸੰਘਾ ਜੀ ਨਾਲ, ਤੇ ਗੱਲਬਾਤ ਚੱਲ ਰਹੀ ਹੈ ਸਾਡੇ ਪੰਜਾਬੀ ਸਾਹਿਤ ਦੀ ਸਿਰਜਣਾ ਦੀ, ਪੰਜਾਬੀ ਸਾਹਿਤ ਦੀ ਚੇਟਕ ਦੀ, ਪੰਜਾਬੀ ਸਾਹਿਤ ਦੀਆਂ ਕਿਤਾਬਾਂ ਦੀ ਤੇ ਉਹਨਾਂ ਦੇ ਪ੍ਰਕਾਸ਼ਨ ਦੀ, ਤੇ ਨਾਲੋਂ ਨਾਲ ਪੰਜਾਬੀ ਪਾਠਕਾਂ ਦੀ। ਸੋ ਹਮੇਸ਼ਾ ਹੀ ਗਿਲਾ ਰਹਿੰਦਾ ਹੈ ਇੱਕ ਲੇਖਕ ਨੂੰ ਵੀ, ਇੱਕ ਪ੍ਰਕਾਸ਼ਕ ਨੂੰ ਵੀ, ਤੇ ਇੱਕ ਸਾਹਿਤਕਾਰ ਨੂੰ ਵੀ ਕਿ ਜਿਹੜੇ ਸਾਡੇ ਪੰਜਾਬੀ ਭਾਈਚਾਰਾ ਹੈ ਇਹਦੇ ਵਿੱਚ ਪੜ੍ਹਨ ਦਾ ਰੁਝਾਨ ਸ਼ੁਰੂ ਤੋਂ ਹੀ ਘੱਟ ਹੈ। ਹਾਲਾਂਕਿ ਬਾਬਾ ਨਾਨਕ ਜੀ ਨੇ ਕਿਹਾ ਸੀਗਾ ਕੁਝ ਪੜ੍ਹੀਏ ਕੁਝ ਸੁਣੀਏ, ਪਰ ਅਸੀਂ ਸੁਣਨ 'ਤੇ ਜ਼ਿਆਦਾ ਯਕੀਨ ਕਰਦੇ ਹਾਂ ਤੇ ਆਪ ਪੜ੍ਹਨ 'ਤੇ ਘੱਟ ਕਰਦੇ ਹਾਂ। ਸੋ ਇਹੋ ਹੀ ਇੱਕ ਸ਼ਾਇਦ ਬਲਜਿੰਦਰ ਕੁਛ ਨਾ ਪੱਖੀ ਪਹਿਲੂ ਹੈ ਕਿ ਅਸੀਂ ਪੰਜਾਬੀ ਦੂਜਿਆਂ ਦੇ ਨਾਲੋਂ ਵੱਖਰੇ ਹਾਂ। ਇੱਥੇ ਮੈਂ ਰੇਡੀਓ ਆਪ ਦੇਖਿਆ ਕਿ ਮੈਟਰੋ ਦੇ ਵਿੱਚ ਜਾਓ, ਗੱਡੀ ਦੇ ਵਿੱਚ ਜਾਓ, ਸਿਟੀ ਟ੍ਰੇਨ 'ਤੇ, ਤਾਂ ਜਿਹੜੇ ਬਾਹਰਲੇ ਕਹੋ ਲੋਕ ਨੇ, ਕਈ ਗੋਰੇ ਨੇ ਖਾਸ ਤੌਰ 'ਤੇ, ਕਈਆਂ ਦੇ ਹੱਥਾਂ 'ਚ ਕਿਤਾਬ ਹੁੰਦੀ ਹੈ, ਪਰ ਸਾਡੇ ਹੱਥ ਵਿੱਚ ਕਿਤਾਬ ਨਹੀਂ ਹੁੰਦੀ। ਸਾਡੇ ਮੂੰਹ 'ਤੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਚਰ 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 ਕਰੀ ਜਾਂਦੇ ਹਾਂ ਤੇ ਨਾਲ ਹੀ ਦੂਜਿਆਂ ਨੂੰ ਵੀ ਡਿਸਟਰਬ ਕਰਦੇ ਹਾਂ। ਖੈਰ ਚਲੋ ਆਉਂਦੇ ਆ ਤੁਹਾਡੀ ਕਿਤਾਬ ਵੱਲ। ਸਾਹਿਤਕਾਰਾਂ ਦੇ ਗਿਲੇ ਰਹਿਣੇ ਨੇ, ਲੇਖਕਾਂ ਦੇ ਗਿਲੇ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਨੇ। ਤੁਹਾਡੀ ਦੂਜੀ ਕਿਤਾਬ ਜਿਹੜੀ ਸੀਗੀ ਉਹ ਪੜਚੋਲ ਤੇ ਪਰਖ ਤੇ ਸੀਗੀ। ਕਿਤਾਬਾਂ ਦੀ ਪੜਚੋਲ ਤੇ ਪਰਖ ਇਹ ਇੱਕ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ। ਬਿਲਕੁਲ ਜੀ ਹੈ ਕਿ ਕਿਸੇ ਦੀ ਕਿਤਾਬ ਨੂੰ ਪੜ੍ਹਨਾ, ਉਹਦੇ ਬਾਰੇ ਆਪਣੀ ਰਾਏ ਦੇਣੀ, ਤੇ ਉਹ ਰਾਏ ਜਿਹੜੀ ਹੈ ਉਹ ਪ੍ਰਵਾਨ ਕੀਤੀ ਜਾਣੀ। ਇਹ ਦੋ ਚੀਜ਼ਾਂ ਜਾਂ ਤਿੰਨ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਅਹਿਮ ਨੇ। ਤੁਹਾਡਾ ਜਿਹੜਾ ਹੈ ਕਿਵੇਂ ਤੁਹਾਡਾ ਰੁਝਾਨ ਇੱਧਰ ਹੋਇਆ ਕਿ ਮੈਂ ਆਪ ਤੇ ਕਵਿਤਾ ਲਿਖਦਾ ਤੇ ਮੈਂ ਦੂਜਿਆਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੀ ਪਰਖ ਤੇ ਪੜਚੋਲ ਕਰਾਂ, ਇੱਧਰ ਨੂੰ ਰੁਝਾਨ ਕਿਵੇਂ ਗਿਆ? ਹਾਂਜੀ, ਮੈਂ ਅਖਬਾਰਾਂ ਦੇ ਵਿੱਚ ਲਿਖਦਾ ਹੁੰਦਾ ਸੀਗਾ। ਕੋਈ ਲੇਖ ਕਿਸੇ ਵਿਸ਼ੇ ਤੇ ਲਿਖਣਾ ਤਾਂ ਉਹਦੇ ਵਿੱਚ ਕਿਸੇ ਕਵਿਤਾ ਦਾ, ਕਿਸੇ ਕਿਤਾਬ ਦੀ ਕਵਿਤਾ ਦਾ ਜਾਂ ਕਿਸੇ ਕਿਤਾਬ ਦੇ ਕਿਸੇ ਪਹਿਰੇ ਦਾ ਹਵਾਲਾ ਦੇ ਦੇਣਾ ਕਿ ਉਹਦੇ ਵਿੱਚ ਆ ਗੱਲ ਲਿਖੀ ਆ, ਫਿਰ ਉਹਦੇ ਨਾਲ ਲਿਖਦੀ ਗੱਲ ਕਰੀ ਜਾਣੀ ਅੱਗੇ, ਤਾਂ ਪਾਠਕਾਂ ਨੂੰ ਉਹ ਗੱਲਾਂ ਪਸੰਦ ਆਉਣੀਆਂ। ਸੋ ਕਾਫੀ ਮੈਨੂੰ ਜਾਣਨ ਲੱਗ ਗਏ, ਕਿਉਂਕਿ 2010 ਤੋਂ ਪਹਿਲਾਂ ਦੀਆਂ ਗੱਲਾਂ, ਉਦੋਂ ਫੇਸਬੁੱਕ ਨਹੀਂ ਸੀ, ਅਖਬਾਰਾਂ ਦੇ ਵਿੱਚ ਫੋਟੋ ਨਹੀਂ ਛਪਦੀ ਸੀ, ਤੇ ਲੋਕ ਇਸ ਢੰਗ ਨਾਲ ਹੀ ਜਾਣਦੇ ਸੀਗੇ ਕਿ ਬਜ਼ੁਰਗ ਵਿਹਲਾ ਆਇਆ ਵਾ ਕੈਨੇਡਾ 'ਚ, ਬਲਜਿੰਦਰ ਨਾਂ ਦਾ ਉਹ ਲਿਖੀ ਜਾਂਦਾ ਹੈਗਾ, ਹੈ ਨਾ, ਤੇ ਪਰ ਪਸੰਦ ਕਰਦੇ ਸੀਗੇ ਲੋਕ ਉਹਨਾਂ ਚੀਜ਼ਾਂ ਨੂੰ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪੰਜਾਬੀ ਲਿਖਾਰੀ ਸਭਾ ਨੇ ਕਿਤਾਬ ਇੱਕ ਲੋਕ ਅਰਪਣ ਕਰਨੀ ਸੀਗੀ ਸਭਾ ਦੇ ਵਿੱਚ, ਤੇ ਮੈਨੂੰ ਚਾਨਚੱਕ ਕਿਹਾ ਗਿਆ ਕਿ ਤੂੰ ਇਸ ਕਿਤਾਬ ਬਾਰੇ ਲਿਖ ਸਕਦਾ ਹੈਗਾ। ਤਾਂ ਮੈਂ ਉਹ ਕਿਤਾਬ ਕਹਾਣੀਆਂ ਦੀ ਪੜ੍ਹੀ, ਤਾਂ ਮੈਂ ਉਹਦੇ ਬਾਰੇ ਪੇਪਰ ਲਿਖਿਆ। ਤਾਂ ਉਹ ਪੇਪਰ ਸਭ ਨੇ ਬਹੁਤ ਪਸੰਦ ਕੀਤਾ। ਜਿਹੜਾ ਉਸ ਕਿਤਾਬ ਦਾ ਲੇਖਕ ਆ ਉਹ ਹਜੇ ਤੱਕ ਵੀ ਕਹਿੰਦਾ ਕਿ ਇੰਨੀ ਬਰੀਕੀ ਦੇ ਨਾਲ ਮੈਂ ਕਹਾਣੀ ਨਹੀਂ ਲਿਖੀ ਸੀ ਜਿੰਨੀ ਬਰੀਕੀ ਦੇ ਨਾਲ ਤੂੰ ਉਹਦੀ ਪੜਚੋਲ ਕਰਤੀ ਹੈਗੀ ਆ। ਤੇ ਇਸੇ ਤਰ੍ਹਾਂ ਹੀ ਹੋਰ ਟੋਟਲ 11 ਕਿਤਾਬਾਂ ਦੀ ਪੜਚੋਲ ਆ। ਚਾਹੇ ਮੈਨੂੰ ਇਹ 'ਤੇ 5-6 ਸਾਲ ਦਾ ਸਮਾਂ ਲੱਗਾ, ਪਰ ਜਿਵੇਂ ਤੁਸੀਂ ਕਹਿ ਲਾਂਗੇ ਕੰਮ ਬਹੁਤ ਇਹ ਇੱਦਾਂ ਦਾ ਹੈਗਾ ਕਿ ਆਪਾਂ ਕਿਸੇ ਦੀ ਕਿਤਾਬ ਬਾਰੇ ਰਾਏ ਬਣਾਉਣੀ ਆ ਤਾਂ ਉਹ ਬਹੁਤ ਸੌਖੀ ਨਹੀਂ। ਆਪਾਂ ਨੂੰ ਅਗਲੇ ਦੀ ਮਨੋਦਸ਼ਾ ਸਮਝਣੀ ਪੈਂਦੀ ਹੈ ਕਿ ਉਹ ਕੀ ਕਹਿਣਾ ਚਾਹੁੰਦਾ ਹੈਗਾ, ਉਹਦੀ ਸੋਚ ਕਿੱਥੇ ਖੜੀ ਆ। ਤੇ ਕਿਸੇ ਦੀ ਕਿਤਾਬ ਨੂੰ ਆਪਾਂ ਨਕਾਰ ਨਹੀਂ ਸਕਦੇ ਹੈਗੇ, ਕਿਉਂਕਿ ਉਹਨੇ ਬਹੁਤ ਉਸ ਜੋ ਮੈਂ ਕਿਤਾਬਾਂ ਚੁਣੀਆਂ ਵਧੀਆ ਵਧੀਆ ਲੇਖਕਾਂ ਦੀਆਂ ਕਿਤਾਬਾਂ ਜਿਨ੍ਹਾਂ ਦਾ ਸਮਾਜ ਦੇ ਵਿੱਚ ਸਥਾਨ, ਤੇ ਮੈਨੂੰ ਡਰ ਵੀ ਸੀਗਾ ਕਿ ਉਹਨਾਂ ਦੀ ਲੇਖਣੀ ਬਾਰੇ ਕੀ ਮੈਂ ਸਹੀ ਰਿਵਿਊ ਕਰ ਸਕਾਂਗਾ ਨਹੀਂ ਕਰ ਸਕਾਂਗਾ। ਫਿਰ ਮੈਂ ਬਹੁਤ ਵਾਰੀ ਕਈ ਵਾਰ ਉਹ ਕਿਤਾਬਾਂ ਪੜ੍ਹੀਆਂ, ਉਹਨਾਂ ਦੇ ਪਹਿਰੇ ਪੜ੍ਹੇ, ਉਹਨਾਂ ਦੇ ਵਿੱਚੋਂ ਅਰਥ ਕੱਢ ਕੇ ਕਿ ਨਹੀਂ ਲੇਖਕ ਦੀ ਸੋਚ ਕਿੱਧਰ ਨੂੰ ਆ, ਕੀ ਕਹਿਣਾ ਚਾਹੁੰਦਾ। ਤੋ ਇੱਦਾਂ ਕਰਕੇ ਫਿਰ ਇਹ ਕਿਤਾਬ ਹੋਂਦ ਵਿੱਚ ਆਈ 7-8 ਸਾਲਾਂ ਦੇ ਵਿੱਚ, ਤੇ ਪਰ ਬਹੁਤ ਪਸੰਦ ਕੀਤੀ ਗਈ ਪੰਜਾਬੀ ਸਾਹਿਤ ਪਰਖ ਤੇ ਪੜਚੋਲ। ਤੇ ਜਿਨ੍ਹਾਂ ਲੇਖਕਾਂ ਦੇ ਇਹਦੇ ਵਿੱਚ ਲੇਖ ਸੀਗੇ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਕਿ ਮੇਰੀ ਕਿਤਾਬ ਦਾ ਲੇਖ ਲਿਖਿਆ ਜਾ ਰਿਹਾ ਤੇ ਇਸ ਕਿਤਾਬ ਦੇ ਵਿੱਚ ਹੈ, ਉਹਨਾਂ ਨੇ ਵੀ ਉਹ ਪਸੰਦ ਕੀਤੇ ਤੇ ਪੜ੍ਹੇ ਆ। ਤੇ ਮੈਨੂੰ ਖੁਸ਼ੀ ਆ ਕਿ ਤੁਹਾਡੀ ਇੱਕ ਕਿਤਾਬ ਦੇ ਬਾਰੇ ਵੀ ਇਹਦੇ ਵਿੱਚ ਲਿਖਿਆ ਹੋਇਆ ਹੈਗਾ, ਚੰਦਰਯਾਨ ਤਿਸ਼ਕਣ ਨਾਵਲ ਦੇ ਬਾਰੇ ਵਿੱਚ। ਹਾਂਜੀ,
ਤੇ ਸਭ ਨੇ ਪਸੰਦ ਕੀਤੇ ਉਹ। ਬਸ ਇਦਾਂ ਹੌਲੀ ਹੌਲੀ ਇੱਧਰ ਨੂੰ ਰੁਝਾਨ ਬਣਦਾ ਗਿਆ, ਪਰ ਇਹਦੇ ਵਾਸਤੇ ਆਪਾਂ ਨੂੰ ਸਮਾਂ ਬਹੁਤ ਚਾਹੀਦਾ ਹੈਗਾ। ਸਮਾਂ ਤਾਂ ਕਿਉਂਕਿ ਚਾਹੀਦਾ ਹੈ। ਮੈਂ ਕੋਈ ਪੰਜਾਬੀ ਦਾ ਡਾਕਟਰ ਨਹੀਂ ਹਾਂ। ਬਿਲਕੁਲ ਬਲਜਿੰਦਰ, ਸਮੇਂ ਦੇ ਨਾਲ ਨਾਲ ਮੈਂ ਵੇਖਿਆ ਕਿ ਜਿਹੜੇ ਆਲੋਚਕ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ ਸਾਹਿਤ ਦੇ ਆਲੋਚਕ ਕਹਿੰਦੇ ਆ, ਯੂਨੀਵਰਸਿਟੀਆਂ ਦੇ ਵਿੱਚ ਜਿਨ੍ਹਾਂ ਨੇ ਆਲੋਚਨਾ ਦੇ ਉੱਪਰ ਬੜਾ ਤਗੜਾ PhDਆਂ ਕੀਤੀਆਂ ਹੁੰਦੀਆਂ, ਉਹਨਾਂ ਦੀ ਜਿਹੜੀ ਆਲੋਚਨਾ ਹੁੰਦੀ ਹੈ ਉਹ ਬੜੀ ਕਹ ਲਓ ਕਿ ਵਿਸਥਾਰਤ ਹੁੰਦੀ ਹੈ। ਬਹੁਤ ਜ਼ਿਆਦਾ ਉਹਦੇ 'ਚ ਲਫ਼ਜ਼ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੀ ਸਮਝ ਤੋਂ ਬਾਹਰ ਕਈ ਵਾਰੀ ਲੱਗਦੇ ਹੁੰਦੇ ਆ, ਪਰ ਉਹਨਾਂ ਦੀ ਆਲੋਚਨਾ ਨੂੰ ਕਾਫੀ ਵੇਟੇਜ ਮਿਲਦਾ। ਤੇ ਤੁਹਾਡੀ ਜਿਹੜੀ ਇਹ ਪਰਖ ਤੇ ਪੜਚੋਲ ਵਾਲੀ ਸੀਗੀ ਕਿਤਾਬ, ਤੁਸੀਂ ਕਿਹਾ ਕਿ ਪਾਠਕਾਂ ਨੂੰ ਬੜੀ ਅੱਛੀ ਲੱਗੀ, ਬਟ ਇਹਦੇ ਬਾਰੇ ਆਲੋਚਕਾਂ ਦਾ ਕੋਈ ਵਿਚਾਰ ਕਦੇ ਸੁਣਿਆ ਹੋਵੇ? ਜਦੋਂ ਮੈਂ ਪੰਜਾਬ ਗਿਆ ਸੀਗਾ ਪਿਛਲੇ 2 ਸਾਲ ਪਹਿਲਾਂ, ਤਾਂ ਇਸ ਕਿਤਾਬ ਬਾਰੇ ਮੇਰੇ ਨਾਲ ਬਹੁਤ ਲੇਖਕਾਂ ਨੇ ਗੱਲ ਕੀਤੀ ਹੈਗੀ ਆ ਵੀ ਤੇਰੀ ਉਹ ਕਿਤਾਬ ਬਹੁਤ ਵਧੀਆ, ਉੱਧਰ ਜਾ ਕੇ ਤੂੰ ਇਦਾਂ ਦੀ ਕਿਤਾਬ ਲਿਖੀ, ਉੱਧਰੋਂ ਇਦਾਂ ਦੀਆਂ ਕਿਤਾਬਾਂ ਬਹੁਤ ਘੱਟ ਆਉਂਦੀਆਂ। 2 ਦੇ ਘਰੇ ਲਾਇਬ੍ਰੇਰੀ ਦੇ ਵਿੱਚ ਕਿਤਾਬ ਪਈ ਸੀਗੀ, ਮੈਂ ਉਹਨਾਂ ਨੂੰ ਜਾਣਦਾ ਨਹੀਂ ਸੀਗਾ, ਕਿਤਾਬ ਥਰੂ ਹੀ ਉਹ ਮੈਨੂੰ ਜਾਣਦੇ ਸੀਗੇ। ਗਾਂ ਇਦਾਂ ਮਿਲੇ ਕਿਸੇ ਪ੍ਰੋਗਰਾਮ 'ਚ ਦੋਵਾਂ 'ਚ, ਤੇ ਇੱਕ ਹੋਰ ਸੱਜਣ ਮਿਲਿਆ, ਉਹਦੇ ਕੋਲ ਕਿਤਾਬ ਹੈ ਨਹੀਂ ਸੀ, ਉਹ ਖੁਦ ਗਜ਼ਲ ਲਿਖਦਾ ਹੈਗਾ, ਪਰ ਉਹ ਕਹਿੰਦਾ ਸੀ ਮੈਂ ਤੇਰੀ ਕਿਤਾਬ ਬਾਰੇ ਜਾਣਦਾ। ਸੋ ਲੇਖਕ ਜਾਣਦੇ ਆਪਾਂ ਨੂੰ ਵੀ ਉਹਨੇ ਕਿਤਾਬ ਲਿਖੀ ਆ, ਬਾਹਰ ਬੈਠੇ ਵੀ ਪੜਚੋਲ ਹੋ ਰਹੀ ਆ, ਇੱਕ ਯੰਗ ਮੁੰਡਾ ਕਰ ਰਿਹਾ, ਸੋ ਇੰਨਾ ਹੀ ਬਹੁਤ ਆਪਣੇ ਵਾਸਤੇ, ਹੋਰ ਕਿ ਆਪਾਂ ਕੀ ਲੈਣਾ ਯੂਨੀਵਰਸਿਟੀ। ਬਿਲਕੁਲ, ਜਿਵੇਂ ਆਪਣੇ ਇੱਥੇ ਅਸੀਂ ਤਾਂ ਨਹੀਂ ਕਹਿ ਸਕਦੇ ਕਿ ਸਾਡੇ ਬਹੁਤ ਤਗੜੇ ਆਲੋਚਕ ਜਿਹੜੇ ਨੇ ਸਾਡੀ ਆਲੋਚਨਾ ਕਰਦੇ ਨੇ, ਪਰ ਚਲੋ ਕਿਸੇ ਨੂੰ ਉਹਦੀ ਕਿਤਾਬ ਬਾਰੇ ਰਾਏ ਪਤਾ ਲੱਗਦੀ ਹੈ, ਕਿਸੇ ਨੂੰ ਪਤਾ ਚੱਲਦਾ ਕਿ ਮੇਰੇ ਲਿਖੇ ਦੇ ਉੱਪਰ 4 ਹਰਫ ਬੋਲੇ ਨੇ, ਸੋ ਇਹ ਬੜੀ ਸੰਤੁਸ਼ਟਤਾ ਵਾਲੀ ਗੱਲ ਹੁੰਦੀ ਹੈ। ਤੇ ਜਦੋਂ ਮੈਨੂੰ ਆਪ ਯਾਦ ਹੈ ਕਿ ਮੇਰੀ ਚੰਦਰਯਾਨ ਤਿਸ਼ਕਨ ਜਿਹੜੀ ਕਿ ਬੜੀ ਨਿਵੇਕਲੀ ਜੀ ਕਿਤਾਬ ਹੈ, ਤੇ ਉਹਦੇ ਬਾਰੇ ਜਦੋਂ ਬਲਜਿੰਦਰ ਨੇ ਲਿਖਿਆ ਤੇ ਮੈਨੂੰ ਲੱਗਾ ਕਿ ਵਾਕਿਆ ਉਹਨੇ ਮੈਨੂੰ ਨਿਵੇਕਲਾ ਹੀ ਲਿਖਿਆ। ਸੋ ਵਾਕਿਆ ਖੁਸ਼ੀ ਦੀ ਗੱਲ ਹੈ। ਸੋ ਤੁਹਾਡੀ ਇਸ ਕਿਤਾਬ ਨੂੰ ਵੀ ਸਿਰ ਮੱਥੇ ਤੇ ਉਮੀਦ ਕਰਦੀ ਹਾਂ ਬਈ ਤੁਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਆਪਣੇ ਇਸ ਕੰਮ ਨੂੰ ਜਾਰੀ ਰੱਖੋਗੇ। ਤੇ ਇਹਦੇ ਲਈ ਮੈਂ ਥੋੜਾ ਜਿਹਾ ਪਛਾਣ ਵੀ ਲੈ ਕੇ ਜਾਂਦੀ ਹਾਂ ਕਿ ਤੁਸੀਂ ਇਹ ਜ਼ਰੂਰ ਇਕਬਾਲ ਅਰਪਨ ਤੋਂ ਤੁਹਾਨੂੰ ਗੁੜਤੀ ਮਿਲੀ ਹੈ, ਕਿਉਂਕਿ ਜਦੋਂ ਮੈਂ ਇਕਬਾਲ ਅਰਪਨ ਹੁਣਾਂ ਨੂੰ ਮਿਲੀ ਹਾਂ ਇੱਥੇ ਆ ਕੇ 2006 'ਚ, ਤਾਂ ਮੈਨੂੰ ਕਹਿੰਦੇ ਸੀ ਬੀਬੀ ਮੈਂ ਨਾ ਹੁਣ ਤੇਰੀ ਕਿਤਾਬ, ਉਹਨਾਂ ਨੂੰ ਮੈਂ ਦਿੱਤੀਆਂ ਕਿਤਾਬਾਂ ਤੇ ਕਹਿੰਦੇ ਮੈਂ ਇਹਦੇ ਤੋਂ ਉੱਪਰ ਪੜਚੋਲ ਜ਼ਰੂਰ ਲਿਖਾਂਗਾ, ਪਰ ਮੈਨੂੰ ਅਫਸੋਸ ਹੈ ਕਿ ਇਸ ਤੋਂ ਪਹਿਲਾਂ ਹੀ ਉਹ ਸਾਨੂੰ ਅਲਵਿਦਾ ਕਹਿ ਗਏ। ਸੋ ਇਹ ਤੁਹਾਡਾ ਉਹਨਾਂ ਦੇ ਨਾਲ ਬੜਾ ਡੂੰਘਾ ਸੰਬੰਧ ਸੀਗਾ, ਤੇ ਜ਼ਰੂਰ ਮੈਨੂੰ ਲੱਗਦਾ ਕਿ ਇਹਦੇ 'ਚ ਉਹਨਾਂ ਦਾ ਹੱਥ ਹੈਗਾ। ਹਾਂਜੀ, ਇਹ ਕਿਹਾ ਵੀ ਹੈਗਾ ਕਈਆਂ ਨੇ, ਸ਼ਾਇਦ ਤੁਹਾਡੇ ਵੀ ਇੱਕ ਵਾਰ ਇੱਕ ਸਟੇਜ ਤੇ ਇਹ ਸ਼ਬਦ ਸੀਗੇ ਕਿ ਬਲਜਿੰਦਰ ਨੇ ਇਹ ਕਿਤਾਬ ਲਿਖ ਕੇ ਉਹਨਾਂ ਦੇ ਇਸ ਦੁਨੀਆ 'ਚ 2006 ਤੋਂ ਜਾਣ ਤੋਂ ਬਾਅਦ ਦਾ ਜਿਹੜਾ ਸਫ਼ਰ ਸੀ ਉਹ 15  'ਚ ਆ ਕੇ ਦੁਬਾਰਾ ਸ਼ੁਰੂ ਕੀਤਾ, ਵੀ ਉਹਨੇ ਉਸ ਵਿਚਾਲੜੇ ਸਮੇਂ 'ਚ ਕਿਸੇ ਕਿਤਾਬ ਬਾਰੇ ਕੈਲਗਰੀ ਦੇ ਵਿੱਚ ਪੜਚੋਲ ਨਹੀਂ ਹੋਈ। ਤੇ ਕਿਉਂਕਿ ਮੇਰੀ ਇਸ ਕਿਤਾਬ ਬਾਰੇ ਜਿਹੜੀ 2008 ਛਪੀ ਆ ਕਵਿਤਾ ਮੈਨੂੰ ਮਾਫ ਕਰੀ, ਇਹਦੇ ਬਾਰੇ ਉਸ ਟਾਈਮ ਉਹ ਲਿਖ ਰਹੇ ਸੀਗੇ ਬਈ ਕਵਿਤਾ ਦੀ, ਤੇਰੀ ਕਵਿਤਾ ਬਹੁਤ ਵਧੀਆ, ਨਿੱਕੀ ਕਵਿਤਾ, ਨਵੇਂ ਅਰਥ ਕੱਢਦੀ ਹੈਗੀ ਆ, ਤੇ ਗਾਗਰ 'ਚ ਜਿੱਦਾਂ ਕਹ ਲਓ ਕਿ ਸਾਗਰ ਭਰਨ ਦੀ ਗੱਲ ਹੈਗੀ, ਮਤਲਬ ਕਾਫੀ ਉਹਨਾਂ ਚੰਗੀਆਂ ਚੀਜ਼ਾਂ ਕਹੀਆਂ, ਚਾਹੇ ਉਹਨਾਂ ਨੇ ਮੈਨੂੰ ਮੰਨ ਲਓ ਆਪਾਂ ਕਹਿ ਲਈਏ ਥੋੜਾ ਬੂਸਟ ਕਰਨ ਵਾਸਤੇ ਕਹੀਆਂ ਹੋਣ ਬਈ ਨੈਗੇਟਿਵ ਚੀਜ਼ਾਂ ਨੂੰ ਨਾ ਕਹੀਆਂ ਜਾਣ। ਤੇ ਉਸ ਕਿਤਾਬ ਬਾਰੇ ਮੈਂ ਉਹਨਾਂ ਨੂੰ ਕਿਤਾਬ ਦੇ ਕੇ ਆਇਆ ਸੀਗਾ, ਉਹ ਕਹਿੰਦੇ ਉਹਨਾਂ ਦੇ ਉਤਸ਼ਾਹ ਨਾਲ ਹੀ ਕਿਤਾਬ ਛਪਣੀ ਸ਼ੁਰੂ ਕੀਤੀ ਸੀਗੀ, ਜਦੋਂ ਕਿ ਮੈਂ ਸੋਚਦਾ ਸੀ ਮੇਰੇ ਕੋਲ ਇਹ ਉਨੀਆਂ ਕਵਿਤਾਵਾਂ ਹੈ ਨਹੀਂ, ਤੇ ਉਹਨਾਂ ਦਾ ਮੈਨੂੰ ਫੋਨ ਆਇਆ ਕਿਤਾਬ ਤਾਂ ਤੇਰੇ ਕੋਲ ਉਦੋਂ ਜ਼ਿਆਦਾ ਪਈਆਂ ਹੈਗੀਆਂ, ਕਵਿਤਾ 100 ਪੇਜ ਦੀ ਤਾਂ ਤੇਰੀ ਕਿਤਾਬ ਬਣਨ ਵਾਲੀ ਹੈ। ਤੇ ਉਹਨਾਂ ਦੀ ਕਾਪੀ ਕਰਕੇ ਮੈਂ ਉਹਨੂੰ ਦੇ ਆਇਆ, ਕਿਤਾਬ ਕੋਲੇ ਬਾਕੀ ਕੋਲੇ ਰੱਖ ਲਈ, ਪਰ ਉਹਨਾਂ ਦਾ ਉਸ ਤੋਂ ਬਾਅਦ ਇਸ ਸੰਸਾਰ ਤੋਂ ਹਾਂਜੀ ਚਲੇ ਗਏ 2006 'ਚ। ਫਿਰ ਉਹਨਾਂ ਦੇ ਵੱਡੇ ਭਰਾ ਕੇਸਰ ਸਿੰਘ ਨੀਰ ਨੇ ਇਹਨਾਂ ਦਾ ਜੋ ਕੰਮ ਰੁਕਿਆ ਸੀ ਉਹ ਅੱਗੇ ਤੋਰਿਆ, ਤੇ ਇਸ ਕਵਿਤਾ ਦਾ ਮੁੱਖ ਬੰਦਰ ਲਿਖਿਆ ਕਿਤਾਬ ਦਾ, ਤੇ 2008 'ਚ ਫਿਰ ਇਹ ਛਪੀ 2 ਸਾਲ ਬਾਅਦ। ਹਾਂਜੀ, ਤੇ ਮੈਂ ਵੀ ਇਹ ਕਿਤਾਬ ਨੂੰ ਕਾਫੀ ਜਿੰਨਾ ਕੁ ਮੇਰੇ ਕੋਲ ਹੋ ਸਕਿਆ ਰੀਝ ਨਾਲ ਪੜ੍ਹਿਆ। ਠੀਕ ਹੈ ਜੀ। ਮੈਂ ਚਾਹਾਂਗੀ ਕਿ ਤੁਸੀਂ ਇਹਦੇ ਵਿੱਚੋਂ ਕੌਣ ਜ਼ਿੰਮੇਵਾਰ ਕਵਿਤਾ ਸਾਡੇ ਸਰੋਤਿਆਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਠੀਕ ਹੈ ਜੀ। ਕੌਣ ਜ਼ਿੰਮੇਵਾਰ? ਭੈਣ ਨੂੰ ਪਰਵਾਹ ਨਹੀਂ ਹੁੰਦੀ ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ ਨਵੀਂ ਭਰਜਾਈ ਉਸਦੇ ਮਾਪਿਆਂ ਨੇ ਸੋਨੇ ਤੇ ਕੀਮਤੀ ਸਮਾਨ ਨਾਲ ਲੱਦ ਕੇ। ਜੀ। ਮਾਂ ਨੂੰ ਪਰਵਾਹ ਨਹੀਂ ਹੁੰਦੀ ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ ਨਵੀਂ ਨੂੰ ਉਸਦੇ ਮਾਪਿਆਂ ਨੇ ਸੋਨੇ ਤੇ ਕੀਮਤੀ ਸਮਾਨ ਨਾਲ ਲੱਦ ਕੇ। ਦਾਦੀ ਨੂੰ ਪਰਵਾਹ ਨਹੀਂ ਹੁੰਦੀ ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ ਨਵੀਂ ਪੋਤ ਨੂੰ ਉਸਦੇ ਮਾਪਿਆਂ ਨੇ ਸੋਨੇ ਤੇ ਕੀਮਤੀ ਸਮਾਨ ਨਾਲ ਲੱਦ ਕੇ। ਜੀ। ਪਰ ਤਿੰਨਾਂ ਨੂੰ ਹੀ ਦਿਸਦਾ ਹੈ ਆਪਣਾ ਨੱਕ ਕਈ ਗੁਣਾ ਵੱਡਾ ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖ ਕੇ, ਤੇ ਇਸ ਸਮੱਸਿਆ ਦਾ ਕੱਦ ਦਿਨੋਂ ਦਿਨ ਵੱਧ ਰਿਹਾ ਹੈ, ਪਰ ਮਰਦ ਇਸ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੰਦਾ। ਇਹ ਮੈਂ ਤੁਹਾਡੀ ਕਵਿਤਾ ਪੜ੍ਹੀ, ਬਹੁਤ ਖੂਬਸੂਰਤ ਕਵਿਤਾ ਲੱਗੀ। ਦਾਜ ਦਹੇਜ ਦੇ ਵਿਸ਼ੇ ਨੂੰ ਲੈ ਕੇ ਤੁਸੀਂ ਇਹ ਕਵਿਤਾ ਲਿਖੀ ਹੈ। ਮੈਂ ਕੋਈ ਆਲੋਚਨਾ ਨਹੀਂ ਕਰਨੀ, ਮੈਂ ਕੋਈ ਇਹਦੇ ਬਾਰੇ ਨਹੀਂ ਕਰਨਾ, ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆਈ ਹੈ ਕਿ ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਨੂੰ ਦੇਖ ਕੇ, ਤੇ ਇਸ ਸਮੱਸਿਆ ਦਾ ਕੱਦ ਦਿਨੋਂ ਦਿਨ ਵੱਧ ਰਿਹਾ ਹੈ, ਪਰ ਮਰਦ ਇਸ ਵਿੱਚ ਕਿਤੇ ਵੀ
ਦਿਖਾਈ ਨਹੀਂ ਦਿੰਦਾ। ਹਾਂਜੀ, ਤੁਸੀਂ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਕਿ ਕੀ ਦਾਜ ਦਹੇਜ ਦੀ ਸਮੱਸਿਆ ਜਿਹੜੀ ਆ ਇਹ ਸਿਰਫ ਤੇ ਸਿਰਫ ਔਰਤਾਂ ਦੀ ਨੱਕ ਨੂੰ ਰੱਖਣ ਦੀ ਹੀ ਕਹ ਲਓ ਇੱਕ ਕਿਸਮ ਦੀ ਪ੍ਰਤੀਕ ਹੈ, ਜਾਂ ਔਰਤਾਂ ਹੀ ਲਾਲਚ ਵਸ ਦਾਜ ਲੈਂਦੀਆਂ ਨੇ, ਮਰਦੇ ਦੇ ਚ ਕਿਤੇ ਦਿਖਾਈ ਨਹੀਂ ਦਿੰਦਾ? ਤੁਸੀਂ ਇਹਨੂੰ ਕਿਵੇਂ ਇਸ ਵੇਲੇ ਮੈਂ ਚਾਹੁੰਦੀ ਹਾਂ ਸਾਡੇ ਸਰੋਤਿਆਂ ਨਾਲ ਕਰੋ, ਕਿਉਂਕਿ ਮੈਨੂੰ ਥੋੜਾ ਜਿਹਾ ਇਹ ਹਾਂਜੀ, ਅੱਖਰਿਆ। ਤੁਸੀਂ ਇਹਨੂੰ ਇਸ ਐਂਗਲ ਤੋਂ ਦੇਖਿਆ ਹੋਊਗਾ ਵੀ ਇਹ ਸਾਰੀ ਜਿਹੜਾ ਦਾਜ ਦਹੇਜ ਦੀ ਸਮੱਸਿਆ ਚੱਲ ਰਹੀ ਆ, ਹਾਂ ਹੁਣ ਇਹ ਗਾਂ ਮੰਨ ਲਓ ਜੰਮਣ ਤੋਂ ਪਹਿਲਾਂ ਕੁੜੀ ਮਾਰਨ ਤੇ ਆ ਗਈ ਆ, ਹਾਂ ਵੀ ਇਹ ਸਾਰੀ ਔਰਤ ਦੀ ਕਾਰਸਤਾਨੀ ਬਣਾਈ ਹੋਈ ਆ ਉਹਦੀ ਕਾਰਸਤਾਨੀ ਤੇ ਮਰਦ ਦੇ ਵਿੱਚ ਹੈ ਨਹੀਂ ਗਾ। ਹਾਂਜੀ, ਅਸਲ ਵਿੱਚ ਇਹਦੇ ਵਿੱਚ ਇਹ ਵੀ ਆ ਵੀ ਸਾਰਾ ਕੁਝ ਇਹ ਚੱਲ ਰਿਹਾ, ਔਰਤਾਂ ਕੀ ਹੈ ਕਿ ਇਸ ਗੱਲ ਕਰਦੀਆਂ ਰਹਿੰਦੀਆਂ ਹੈਗੀਆਂ ਇਦਾਂ ਦੀ ਕਿ ਹਾਂ ਸਾਡੀ ਨੂੰ ਬਹੁਤ ਦਾਜ ਲਿਆਈ ਆ, ਸਾਡਾ ਆਹ ਹੋ ਗਿਆ, ਫਲਾਣੇ ਦੀ ਦਾਜ ਨਹੀਂ ਲਿਆਈ, ਆਹ ਨਹੀਂ ਲਿਆਈ, ਤੇ ਆਪਾਂ ਉਸੇ ਨੂੰ ਹੀ ਸਮਝ ਲੈਂਦੇ ਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਆ, ਮਰਦ ਨੂੰ ਇਹਦੇ ਵਿੱਚੋਂ ਬਾਹਰ ਕੱਢ ਦਿੰਦੇ ਆ। ਸੋ ਇਹ ਕਵਿਤਾ ਤਾਂ ਇੱਥੇ ਖਤਮ ਹੋਈ ਕਿ ਮਰਦ ਦੇ ਵਿੱਚ ਕਿਤੇ ਦਿਖਾਈ ਨਹੀਂ ਦਿੰਦਾ, ਪਰ ਅਸਲ ਵਿੱਚ ਇਹਦੇ ਪਿੱਛੇ ਮਰਦ ਹੀ ਆ, ਮਰਦ ਪ੍ਰਧਾਨ ਸਮਾਜ ਹੀ ਇਹਦੇ ਪਿੱਛੇ ਆ। ਜਦੋਂ ਆਪਾਂ ਗੌਰ ਨਾਲ ਦੇਖਦੇ ਹਾਂ, ਔਰਤ ਫੈਸਲਾ ਕਰਦੀ ਆ, ਬਿਲਕੁਲ ਕਰਦੀ ਹੈਗੀ ਆ, ਪਰ ਮੈਨੂੰ ਨਹੀਂ ਲੱਗਦਾ ਕਿ ਹਜੇ ਪੰਜਾਬੀ ਔਰਤ ਇਦਾਂ ਦੇ ਫੈਸਲੇ ਕਰਨ ਦੇ ਯੋਗ ਆ ਕਿ ਉਹ ਕਹਿ ਦੇਵੇ ਮੈਂ ਆਪਦੀ ਕੁੜੀ ਇਸ ਤਰ੍ਹਾਂ ਵਿਆਹਣੀ ਹੈ ਤੇ ਮੁੰਡਾ ਵੀ ਇਸ ਤਰ੍ਹਾਂ ਦਾ ਲੱਭਣਾ ਕਿ ਦਾਜ ਨਾ ਦੇਣਾ ਤੇ ਨਾ ਆਪਾਂ ਆਪਣੇ ਘਰੇ ਨੂੰਹ ਲਿਆਉਣੀ ਉਦੋਂ ਦੇਣਾ ਲੈਣਾ ਹੈਗਾ। ਫੈਸਲਾ ਅਖੀਰ ਨੂੰ ਮਰਦ ਪ੍ਰਧਾਨ ਸਮਾਜ ਹੀ ਕਰਦਾ, ਕਿਉਂਕਿ ਆਸੇ-ਪਾਸੇ ਦਾ ਜਿਹੜਾ ਸਮਾਜ ਆ ਉਹ ਮਰਦ ਪ੍ਰਧਾਨ ਸਮਾਜ ਆ। ਤੇ ਉਸ ਪਰਸਪੈਕਟਿਵ ਦੇ ਵਿੱਚ ਹੀ ਇਹ ਕਵਿਤਾ ਲਿਖੀ ਸੀ। ਮਰਦ ਦਿਖਾਈ ਨਹੀਂ ਦੇ ਰਿਹਾ, ਪਰ ਅਸਲ ਵਿੱਚ ਇਹਦੇ ਪਿੱਛੇ ਮਰਦਾ ਹੈ। ਬਿਲਕੁਲ, ਸੋ ਬੜੀ ਡੂੰਘੀ ਕਵਿਤਾ ਹੈ। ਮੈਂ ਜਦੋਂ ਪੜ੍ਹੀ ਮੈਨੂੰ ਵੀ ਬੜੀ ਟੁੰਬੀ ਇਹ ਗੱਲ ਕਿ ਮਰਦ ਇਹਦੇ ਵਿੱਚ ਦਿਖਾਈ ਨਹੀਂ ਦਿੰਦਾ, ਬਟ ਮੈਨੂੰ ਲੱਗਦਾ ਹੈ ਕਿ ਮਰਦ ਇਹਦੇ ਵਿੱਚ ਦਿਖਾਈ ਨਹੀਂ ਦਿੰਦਾ ਜਿਹੜਾ ਉਹ ਬਹੁਤ ਵੱਡੀ ਸਟਾਇਰ ਹੈ। ਹਾਂਜੀ, ਸਟਾਇਰ ਹੈ ਕਿ ਇਹ ਜੋ ਸਾਰਾ ਦੇਖਣ ਨੂੰ ਲੱਗਦਾ ਹੈ, ਜੋ ਕਹਿ ਲੋ ਕਿ ਸਾਡੇ ਪਰਦੇ ਦੇ ਉੱਪਰ ਚਿੱਤਰ ਚੱਲਦਾ ਹੈ, ਉਹ ਸਾਰਾ ਹੈ ਕਿ ਦਾਦੀ ਨੂੰ ਦਾਜ ਚਾਹੀਦਾ, ਭੈਣ ਨੂੰ ਚਾਹੀਦਾ, ਭੈਣ ਕਹਿੰਦੀ ਮੇਰੇ ਲਈ ਵੀ ਸੂਟ ਸੋਹਣਾ ਆ ਜਾਵੇ, ਉਹ ਵੀ ਕਹਿੰਦੀ ਮੇਰੇ ਲਈ ਆ ਜਾਵੇ, ਪਰ ਇਹਦੇ ਪਿੱਛੇ ਮਾਨਸਿਕਤਾ ਜਿਹੜੀ ਉਹ ਮਰਦ ਦੀ ਮਾਨਸਿਕਤਾ, ਮਰਦ ਦੀ ਧੌਂਸ ਆ। ਪਰ ਔਰਤ ਨੂੰ ਜ਼ਿੰਮੇਵਾਰ ਸਮਝ ਆਮ ਦੇਖਣ ਨੂੰ ਸਮਝਿਆ ਜਾਂਦਾ, ਕਿਉਂਕਿ ਔਰਤਾਂ ਤੇ ਬਾਰੇ ਗੱਲ ਕਰ ਲੈਂਦੀਆਂ, ਫਲਾਣੇ ਦੀ ਨੂੰ ਸੋਹਣਾ ਸੂਟ ਲਿਆਈ, ਸੋਨੇ ਦੇ ਲਿਆਈ, ਤੇ ਆਮ ਆਪਾਂ ਇਹਨੂੰ ਔਰਤ ਨੂੰ ਇਸ ਦਾ ਜ਼ਿੰਮੇਵਾਰ ਠਹਿਰਾ ਦਿੰਦੇ ਆ। ਜੀ, ਇੱਕ ਬਿਲਕੁਲ ਸਹੀ ਗੱਲ ਹੈ। ਤੇ ਜਦੋਂ ਕਦੇ ਔਰਤ ਦੀ ਗੱਲ ਆਉਂਦੀ ਹੈ ਤਾਂ ਉਦੋਂ ਮੈਨੂੰ ਕਈ ਵਾਰ ਬੜੀ ਚੁੱਭਦੀ ਹੈ। ਸੋ ਮੈਂ ਇਸੇ ਕਰਕੇ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਦੇ ਪਿੱਛੇ ਕੀ ਹੈ, ਕਿਉਂਕਿ ਕਵਿਤਾ ਜਿਹੜੀ ਹੁੰਦੀ ਹੈ ਨਾ, ਕਵਿਤਾ ਦੇ ਵਿੱਚ ਜੋ ਕਵੀ ਕਹਿੰਦਾ ਹੁੰਦਾ ਉਹਦੇ ਪਿੱਛੇ ਬਹੁਤ ਕੁਝ ਹੁੰਦਾ। ਤੇ ਕਈ ਵਾਰੀ ਹੁਣ ਜੇ ਕਿਸੇ ਆਮ ਬੰਦੇ ਨੇ ਕਵਿਤਾ ਪੜ੍ਹਨੀ ਹੈ, ਉਹ ਤੇ ਕਹੂਗਾ ਜਨਾਨੀਆਂ ਸਾਰਾ ਕੁਝ ਕਰਦੀਆਂ, ਬੰਦੇ ਦਾ ਕਦੇ ਧਿਆਨ ਹੀ ਨਹੀਂ ਦਿੰਦੇ। ਸੋ ਹਾਲਾਂਕਿ ਗੱਲ ਅਸਲ ਦੇ ਵਿੱਚ ਮਰਦ ਪ੍ਰਧਾਨ ਸਮਾਜ ਦੀ ਹੈ। ਤੇ ਇੱਕ ਹੋਰ ਕਵਿਤਾ ਨੇ ਮੈਨੂੰ ਬੜਾ ਇਹਦੇ ਚ ਟੁੰਬਿਆ ਸੀ, ਹੈ ਉਹ ਵੀ ਔਰਤ ਦੇ ਨਾਲ ਸੰਬੰਧਿਤ ਹੈ। ਤੇ ਮੈਂ ਚਾਹੁੰਦੀ ਹਾਂ ਕਿ ਬਲਜਿੰਦਰ ਔਰਤ ਦੀ ਪੁਕਾਰ ਪੜ੍ਹ ਕੇ ਵੀ ਸੁਣਾ ਗੱਲ, ਉਹਦੇ ਚ ਵੀ ਕੁਝ ਲੁਕੀ ਹੋਈ ਹੈ। ਜਿਹੜੀ ਗੱਲ ਕਈ ਵਾਰੀ ਕਵਿਤਾ ਪੜ੍ਹਨ ਵਾਲਾ ਜਿਹੜਾ ਹੈ ਉਹ ਇਹ ਪੰਜਾਬੀ ਦਾ ਜਿਹੜਾ ਮੁਹਾਵਰਾ ਹੈ ਨਾ, ਜਨਾਨੀਆਂ ਦੇ ਦੁਸ਼ਮਣ ਨੇ, ਅਸਲ ਦੇ ਵਿੱਚ ਉਹ ਨਹੀਂ ਹੈਗੀਆਂ, ਜਿਹੜੀ ਮੇਰੀ ਸੋਚਣੀ ਹੈ। ਪਰ ਇਹ ਕਵਿਤਾ ਫਿਰ ਆਪਾਂ ਅੱਗੇ ਗੱਲ ਕਰਾਂਗੇ। ਹਾਂਜੀ, ਸੋ ਕਵਿਤਾ ਥੋੜੀ ਲੰਮੀ ਹੈ, ਮੈਂ ਜਲਦੀ ਪੜ੍ਹਦਾ। ਔਰਤ ਦੀ ਪੁਕਾਰ। ਜਦੋਂ ਮੈਂ ਆਪਣੀ ਮਾਂ ਦੇ ਪੇਟ ਵਿੱਚ ਸੀ, ਮਾਂ ਤਾਂ ਮੈਂ ਨਹੀਂ ਜਾਣਦੀ ਮੈਂ ਸੌਖੀ ਸੀ ਜਾਂ ਔਖੀ, ਦਰਦ ਤਾਂ ਉਹ ਹੀ ਮਹਿਸੂਸ ਕਰਦੀ ਸੀ। ਜੇ ਕਿਤੇ ਉਹ ਗਰਭਪਾਤ ਕਰਵਾ ਦਿੰਦੀ ਤਾਂ ਮੈਂ ਮਰਨਾ ਨਹੀਂ ਸੀ, ਕਿਉਂਕਿ ਮਰਦੇ ਤਾਂ ਉਹ ਨੇ ਜਿਨ੍ਹਾਂ ਦਾ ਜਨਮ ਹੋਇਆ ਹੋਵੇ, ਤੇ ਮੈਂ ਤਾਂ ਅਜੇ ਜਨਮੀ ਹੀ ਨਹੀਂ ਸੀ। ਦਰਦ ਤਾਂ ਫਿਰ ਵੀ ਉਸਨੇ ਹੀ ਝੱਲਣਾ ਸੀ। ਇਸ ਲਈ ਸਫੇ ਕਾਲੇ ਕਰ ਕਰ ਜਾਂ ਗੀਤ ਗਾ ਗਾ ਕੇ ਇੱਕ ਅਣਜੰਮੀ ਧੀ ਤੋਂ ਇਹ ਖਵਾਉਣਾ ਕਿ ਮਾਂ ਮੈਨੂੰ ਕਤਲ ਨਾ ਕਰਵਾ, ਕਿ ਮਾਂ ਮੈਨੂੰ ਜੱਗ ਦੇਖਣ ਦਾ ਚਾਅ, ਕਿ ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ, ਕਿ ਮਾਂ ਮੈਂ ਤੁਹਾਡੀ ਸੇਵਾ ਕਰਾਂਗੀ। ਇੱਕ ਅਣਜੰਮੀ ਧੀ ਨੂੰ ਭੀਖ ਵਿੱਚ ਜ਼ਿੰਦਗੀ ਦਿਵਾਉਣ ਦੇ ਤੁਲ ਹੈ, ਤੇ ਭੀਖ ਦੀ ਜ਼ਿੰਦਗੀ ਨਾਲ ਜਵਾਨ ਹੋਈ ਇੱਕ ਧੀ ਨਰੋਆ ਸਮਾਜ ਕਿਵੇਂ ਸਿਰਜੂਗੀ। ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ ਜਾਂ ਗੀਤਾਂ ਦੀ ਲੋੜ ਨਹੀਂ, ਤੇ ਮੇਰੀ ਧੀ ਦਾ ਵੀ ਭੀਖ ਦੀ ਜ਼ਿੰਦਗੀ ਨਾਲੋਂ ਨਾ ਜੰਮਣਾ ਕਈ ਗੁਣਾ ਚੰਗਾ ਹੈ। ਲੋੜ ਹੈ ਸਾਡੇ ਸਮਾਜ ਨੂੰ ਦਾਦੀਆਂ ਪੜਦਾਦੀਆਂ ਦੀ ਇਸ ਗ੍ਰਹਿਣੀ ਸੋਚ ਚੋਂ ਬਾਹਰ ਕੱਢਣ ਦੀ ਕਿ ਕੁੱਲ ਦੇ ਚਿਰਾਗ ਸਿਰਫ ਪੁੱਤ ਹੀ ਹੁੰਦੇ ਨੇ, ਨਾ ਕਿ ਲੋੜ ਹੈ ਅਣਜੰਮੀ ਧੀ ਤੋਂ ਭੀਖ ਮੰਗਵਾਉਣ ਦੀ, ਤੇ ਉਹ ਵੀ ਜਨਮ ਲੈਣ ਵਾਸਤੇ। ਬੜੀ ਖੂਬਸੂਰਤ ਕਵਿਤਾ ਹੈ ਅਣਜੰਮੀ ਧੀ ਦੇ ਵੱਲੋਂ। ਤੇ ਇਹਦੇ ਵਿੱਚ ਫਿਰ ਬਲਜਿੰਦਰ ਗੱਲ ਉਹੀ ਹੈ। ਤੇ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਬਹੁਤਾ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ ਕਿ ਗੱਲ ਜਦੋਂ ਆਉਂਦੀ ਹੈ ਕਿ ਕੁੱਲ ਦੇ ਚਿਰਾਗ ਸਿਰਫ ਪੋਤੀ ਨੇ, ਤਾਂ ਇਹ ਸਾਡੀ ਜਿਹੜੀ ਮਰਦ ਪ੍ਰਧਾਨ ਸੋਚ ਹੈ, ਇਹ ਸੋਚ ਹੀ ਇਹਦੇ ਪਿੱਛੇ ਹੈ, ਨਾ ਕਿ ਸਾਡੀਆਂ ਦਾਦੀਆਂ ਜਾਂ ਸਾਡੀਆਂ। ਹਾਂਜੀ, ਜਿਹੜੀ ਸੋਚ ਆ ਉਹ ਇਹਦੇ ਪਿੱਛੇ ਆ ਕਿ ਕੁੱਲ ਦਾ ਜਿਹੜਾ ਚਿਰਾਗ ਉਹ ਪੁੱਤੀ ਆ। ਜਦੋਂ ਆਪਾਂ ਇਹ ਸੋਚ ਤੋਂ ਬਾਹਰ ਨਹੀਂ ਨਿਕਲਦੇ ਤੇ ਅਣਜੰਮੀ ਧੀ ਦੇ ਬਾਰੇ ਬਹੁਤ ਕੁਝ ਲਿਖੀ ਜਾਂਦੇ ਹੈਗੇ ਆ,
ਤਾਂ ਉਹ ਵਰਤਾਰਾ ਚੱਲੀ ਜਾਣਾ। ਆਪਾਂ ਨੂੰ ਸੋਚ ਬਦਲਣੀ ਪੈਣੀ ਆ ਕਿ ਪੁੱਤ ਧੀ 'ਚ ਫਰਕ ਨਹੀਂਗਾ, ਤੇ ਫਿਰ ਆਪੇ ਆਪਾਂ ਨੂੰ ਇਹ ਨਾ ਲਿਖਣਾ ਪਊਗਾ, ਜਾਣ ਜੰਮੀ ਧੀ ਤੋਂ ਇਹ ਨਾ ਲਿਖਾਉਣਾ ਪਊਗਾ ਕਿ ਤੈਨੂੰ ਲੋਰੀ ਦੇਵਾਂਗੇ, ਤੈਨੂੰ ਆਹ ਕਰਮਾਂ, ਮੈਨੂੰ ਜਨਮ। ਸੋ ਇਹ ਇਸ ਕਵਿਤਾ ਕਿਉਂਕਿ ਸਦੀਆਂ ਤੋਂ ਅੱਜ ਤੋਂ ਨਹੀਂ, ਸਦੀਆਂ ਤੋਂ ਲੈ ਕੇ ਹੁਣ ਤੱਕ ਔਰਤ ਦਾ ਜੰਮਣਾ ਜਿਹੜਾ ਹੈ ਉਹ ਕਦੇ ਵੀ ਵਧਾਈ ਦਾ ਸਬੱਬ ਨਹੀਂ ਬਣਿਆ। ਬਿਲਕੁਲ ਜੀ। ਚਾਹੇ ਉਹ ਵਧਾਈ ਦਾਦੀ ਵੱਲੋਂ ਹੋਵੇ, ਚਾਹੇ, ਪਰ ਇਹ ਜ਼ਰੂਰ ਕਹਿੰਦੇ ਨੇ ਲੱਛਮੀ ਆਈ ਹੈ। ਸੋ ਇਸ ਸੋਚ ਨੂੰ ਬਦਲਣ ਦੀ ਲੋੜ ਹੈ, ਤੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਕਵਿਤਾਵਾਂ ਦੇ ਰਾਹੀਂ, ਇਹੋ ਜਿਹੀ ਸੋਚ ਦੇ ਰਾਹੀਂ ਸਾਡੀ ਸੋਚ ਬਦਲ ਰਹੀ ਹੈ। ਹੁਣ ਧੀ ਤੇ ਪੁੱਤਰ ਦਾ ਕੋਈ ਫਰਕ ਜਿਹੜਾ ਹੈ ਉਹ ਨਹੀਂ, ਫਰਕ ਪਿਆ ਜੀ, ਫਰਕ ਬਹੁਤ ਪੈ ਗਿਆ, ਪਰ ਅਜੇ ਵੀ ਬਹੁਤ ਕੁਝ ਲਿਖੇ ਜਾਣ ਦੀ ਜ਼ਰੂਰਤ ਹੈ, ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਸੋ ਬਲਜਿੰਦਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਤੇ ਬੜੀ ਖੂਬਸੂਰਤ ਕਵਿਤਾਵਾਂ ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਕਦੇ ਫਿਰ ਮਿਲਾਂਗੇ, ਕਦੇ ਫਿਰ ਤੁਹਾਡੀ ਰਚਨਾਤਮਕ ਜਿਹੜਾ ਪਹਿਲੂ ਹੈ ਉਹਦੇ ਬਾਰੇ ਗੱਲ ਕਰਾਂਗੇ। ਸੋ ਹੁਣ ਲੈਂਦੇ ਹਾਂ ਛੁੱਟੀ। ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਚਰਨ ਕੌਰ ਥਿੰਦ, ਤੁਹਾਡਾ ਵੀ, ਤੇ ਪੰਜਾਬੀ ਨੈਸ਼ਨਲ ਟੀਵੀ ਦੀ ਸਾਰੀ ਟੀਮ ਦਾ ਵੀ, ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ ਆਪਦੇ ਵਿਚਾਰ ਸਾਂਝੇ ਕਰਨ ਦਾ। ਦਰਸ਼ਕਾਂ ਦਾ ਧੰਨਵਾਦ। ਫਿਰ ਵੀ ਜੇ ਕੋਈ ਗਲਤ ਗੱਲ ਕਹੀ ਗਈ ਹੋਵੇ ਜਾਂ ਲਿਖੀ ਹੋਵੇ, ਮਾਫੀ। ਕੋਈ ਗੱਲ ਨਹੀਂ, ਧੰਨਵਾਦ, ਸ਼ੁਕਰੀਆ। ਸੋ ਲੈਂਦੇ ਹਾਂ ਛੁੱਟੀ ਪੰਜਾਬੀ ਨੈਸ਼ਨਲ ਟੀਵੀ ਤੋਂ। ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਬਾਤ ਲੈ ਕੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ।